ਦੀਆਂ ਖਾਸ ਖਬਰਾਂ ਤੇ ਰੈੱਡ ਕਰਾਸ ਦੀ ਸਹਾਇਤਾ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਕੀਤੇ ਗਏ ਡਾਇਲਿਸਿਸ ਦਾ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਰੈੱਡ ਕਰਾਸ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਤੇ ਉਹ ਬੇहद ਹੀ ਸ਼ਲਾਘਾਯੋਗ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ ਤੇ ਆਉਂਦੇ ਦਿਨਾਂ ਵਿੱਚ ਸਿਹਤ ਸੇਵਾਵਾਂ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ। ਬੀਤੀ ਰਾਤ ਪੰਜਾਬ ਦੇ 108 ਐਂਬੂਲੈਂਸ ਡਰਾਈਵਰ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲੇ ਜਾਣ ਤੇ टिप्पणी करते हुए डॉक्टर बलजीत कौर ने कहा है कि 108 एंबूलेंस है, पर इस नाल सेहत मंत्री नाल लगातार बैठकां भी कीतियां जा रही हैं ते जल्द ही इस मसले का हल कर लिया जाएगा। दिन जड़ा सिविल हस्पताल बठिंडा विखे जिहड़े 7 डायलिसिस मशीनां रखियां गईयां शुरू कीतियां गईयां तां मैनूं लगदा पूरा बठिंडे वासी ते ओह आस-पास दे भी बहुत सारे लोकां लई इह खुशी दी खबर है कि लोहड़ी वाले दिन असीं सेहत दे सिस्टम दे विच इक बहुत वड्डा उपराला किया गया है ते मैं मुबारकबाद भी देवांगी सारिਆਂ ਨੂੰ। मैम तुसी हैल्थ चंगा करने की कोशिश कर दूजे पासे 108 वाले जो रात स्ट्राइक पे चले गए उन्होंने काफ़ी लंबे समय तो मंगा ने ਉਹਨਾਂ ਦੀਆਂ ਮੰਗਾਂ ਹੈਲਥ ਮਿਨਿਸਟਰ ਸਾਹਿਬ ਨਾਲ ਡਿਸਕਸ ਕਰਾ ਦੇਵਾਂਗੇ, ਜਲਦੀ ਕਰਾ ਦੇਵਾਂਗੇ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਇੱਕ ਸੈਂਸਿਟਿਵ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਨੇ ਤੇ ਬਜਾਏ ਇਸ ਦੇ ਕਿ ਹੜਤਾਲ ਕਰਨ ਜਾਂ ਧਰਨੇ ਮੁਜ਼ਾਹਰੇ ਕਰਨ, ਬੈਠ ਕੇ ਇਹਨੂੰ ਮਸਲੇ ਨੂੰ ਹੱਲ ਕਰਕੇ ਛੇਤੀ ਮਰੀਜ਼ਾਂ ਦੀ ਜਿਹੜੀ ਸੇਵਾ ਉਹਦੇ ਵਿੱਚ ਲੱਗਣਾ ਚਾਹੀਦਾ। मेरा नाम गगनदीप है जी। मैं पंजाब सुआर्डिनेट सर्विस फैडरेशन विग्यानक का सूबा प्रधान है जी। अज असी ਵੱਖ-ਵੱਖ जथेबंदियां ਵੱਲੋਂ मंत्री साहब आए सी इत्थे डॉक्टर बलजीत कौर उन्हां नूं अपणियां जथेबंदियां दे मंग पत्र दिते है, जिहदे विच सब तो वड्डा मामला जिहड़ा सी ओह उभर के आए सामने आया सी भी जिहड़े कच्चे कामे ने जां जिहड़े आउटसोर्स दे कामे ने ओह बहुत पीड़ित ने। असी उन्हां तों मंग कीती है भी उन्हां नूं घट्टो घट्ट महकमे दे तहत लिया जावे, क्योंकि अज उन्हां दे हालात इस किस्म दे है भी उन्हां नूं कंपनियां इस तरह नाल वरत रहीआं ने कि उन्हां नूं लगदा भी उन्हां दा बहुत वड्डा शोषण हो रहा है। शोषण इस करके हो रहा भी उन्हां दी कोई छुट्टी दा प्लान नहीं हैगा। जे वो बीमार हो जाते हैं उन्होंने कोई बीमारी की छुट्टी नहीं मिलती, बीमारी संबंधी छुट्टी नहीं मिलती, इस करके वो बहुत पीड़ित ने। उस तो बाद का जिहड़ा मसला सीगा पंजाब सुआर्डिनेट सर्विस फैडरेशन के फ्रंट तो असी सारे कामिਆਂ ਦੇ ਕੱਚਿਆਂ ਦੇ ਪੱਕੇ ਹੋਣ ਦੀ ਮੰਗ ਕੀਤੀ ਹੈ। ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਬਹਾਲ ਕਰਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਭੱਖ ਦੇ ਮਸਲੇ ਸੀ ਜਿਹੜੇ ਜਿਵੇਂ ਡੀਏ ਦਾ ਮਸਲਾ ਸੀ, ਭਾਵੇਂ ਉਹ ਕੋਰਟ ਨੇ ਉਹ ਕਰਤਾ, ਉਹ ਜਰਨਲਾਈਜ਼ ਹੋਣੇ ਚਾਹੀਦੇ ਆ। ਲੋਕਾਂ ਨੂੰ ਮਹਿੰਗਾਈ ਭੱਤਾ ਜਿਹੜਾ ਉਹ ਮਿਲਣਾ। ਗੁਰਦਾਸਪੁਰ ਦੇ ਬਿਰਧ ਆਸ਼ਰਮ ਵਿੱਚ ਅੱਜ ਲੋਹੜੀ ਦਾ ਤਿਉਹਾਰ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਮੌਕੇ डिप्टी कमिश्नर डॉक्टर हिमांशु अग्रवाल ਅਤੇ ਵਧੀਕ डिप्टी कमिश्नर डॉक्टर निधि कमूद बांबा मुख मेहमान वजों शामिल होए ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਅਤੇ ਬਾਲ ਭਵਨ ਦੇ ਸਹਿਵਾਸੀ ਬੱਚੇ ਵੀ ਇਸ ਲੋਹੜੀ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਏ। ਲੋਹੜੀ ਤੇ ਮਾਗੀ ਦਾ ਅਸੀਂ ਇੱਕ ਇਵੈਂਟ ਰੱਖਿਆ ਸੀ, ਜਿਹਦੇ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ ਪਿਛਲੇ ਸਾਲ ਦੇ ਵਿੱਚ ਜਿਹੜੇ ਵੀ ਬੱਚੀਆਂ ਨੇ ਅਚੀਵਮੈਂਟ ਕੋਈ ਹਾਸਿਲ ਕੀਤੀ ਹੈ, ਉਹ ਸਾਡੇ ਜਿਹੜੇ ਨਵੇਂ ਜਨਮੇ ਬੱਚੀਆਂ ਸੀ ਉਹਨਾਂ ਦੇ ਮਾਪੇ, ਉਹਨਾਂ ਦੇ ਘਰ ਵਾਲੇ, ਉਹ ਸਾਡੇ ਚਿਲਡਰਨ ਹੋਮ ਦੇ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੇ ਸਾਡੇ ਜਿਹੜੇ ਇਨਮੇਟ ਸੀਗੇ ਉਹਨਾਂ ਨਾਲ, ਸਾਡੇ ਸਾਰੇ ਅਧਿਕਾਰੀਆਂ ਨਾਲ ਅਸੀਂ ਇਹ ਇੱਕ ਸੈਲੀਬ੍ਰੇਸ਼ਨ ਕੀਤੀ ਹੈ। ਸਾਨੂੰ ਬੜਾ ਹੀ ਆਨੰਦ ਆਇਆ ਹੈਗਾ। ਇੱਕ ਸੈਲੀਬ੍ਰੇਸ਼ਨ ਤਾਂ ਸੀਗੀ ਹੀ, ਨਾਲ ਹੀ ਇੱਕ ਸੁਸਾਇਟੀ ਨੂੰ, ਸਾਡੇ ਸਮਾਜ ਨੂੰ ਇਹ ਮੈਸੇਜ ਸੀਗਾ ਕਿ ਇਹਨਾਂ ਬੱਚਿਆਂ ਨੂੰ ਦੇਖੋ, ਇਹਨਾਂ ਦੇ ਪੇਰੈਂਟਸ ਨੂੰ ਦੇਖੋ, ਇਹਨਾਂ ਤੋਂ ਆਪਾਂ ਇੰਸਪਾਇਰ ਹੋਈਏ। ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਨੇ, ਛੋਟੀ ਬੱਚੀਆਂ ਨੇ ਜਾਂ ਅੱਗੇ ਵੀ ਹੋਣੇ ਹੈਗੇ, ਆਪਾਂ ਬਿਲਕੁਲ ਵੀ ਜਮਾਂ ਵੀ ਵਿਤਕਰਾ ਨਾ ਕਰੀਏ। ਇਹਨਾਂ ਨੂੰ ਦੇਖ ਕੇ ਜਿਹੜਾ ਸੀਨਾ ਮੇਰਾ ਬਤੌਰ ਡਿਪਟੀ ਕਮਿਸ਼ਨਰ ਚੌੜਾ ਹੋਇਆ। ਮੈਂ ਤਾਂ ਇਹੀ ਕਹਾਂਗਾ ਕਿ ਵੀ ਸਾਰਿਆਂ ਨੂੰ ਸਾਨੂੰ ਇਸ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ ਹੈਗੀ ਅਤੇ ਆਪਣੇ ਬੱਚਿਆਂ ਨੂੰ ਆਪਾਂ ਇੱਦਾਂ ਦੀ ਓਪਰਚੁਨਿਟੀ ਅਤੇ ਪਲੈਟਫਾਰਮ ਦਈਏ ਕਿ ਉਹ ਅੱਗੇ ਵੱਧ ਸਕਣ ਅਤੇ ਆਪਣੇ ਜ਼ਿਲ੍ਹੇ ਦਾ, ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ ਨਾਂ ਜਿਹੜਾ ਰੋਸ਼ਨ ਕਰਨਾ। ਮੈਂ ਤਾਂ ਉਹੀ ਕਹਿ ਰਿਹਾ ਸੀਗਾ ਕਿ ਅਸੀਂ ਧੀਆਂ ਦੀ ਲੋਹੜੀ ਕਹਿ ਰਹੇ ਕਿਉਂਕਿ ਇਹ ਸਾਡੇ ਲਈ ਇੱਕ ਸਮਾਜ ਨੂੰ ਸੋਚਣਾ ਚਾਹੀਦਾ ਕਿ ਆਪਾਂ ਧੀਆਂ ਦੀ ਲੋਹੜੀ ਵੀ ਕਿਉਂ ਕਹਿ ਰਹੇ ਹਾਂ। ਸਾਡੇ ਬੱਚੇ ਸਮਾਨ ਨੇ। ਰੱਬ ਨੇ, ਮੈਂ ਆਪਣੇ ਇਹਨਾਂ ਨੂੰ ਵੀ ਕਿਹਾ ਕਿ ਸਾਨੂੰ ਤਾਂ ਜਦੋਂ ਵੀ ਸਾਡੇ ਐਕਸਪੀਰੀਅੰਸ ਇਹ ਦੇਖਿਆ ਕਿ ਕੁੜੀਆਂ ਜ਼ਿਆਦਾ ਸਮਝਦਾਰ ਲੱਗਦੀਆਂ, ਜ਼ਿਆਦਾ ਹੁੰਦੀਆਂ ਵੀ ਨੇ, ਅਤੇ ਇਹ ਧੀਆਂ ਪੁੱਤਾਂ, ਲੋਹੜੀ ਤਾਂ ਲੋਹੜੀ ਹੈ, ਬੱਚਾ ਹੋਇਆ ਜੀ, ਰੱਬ ਦੀ ਦਾਤ ਹੈ ਕਿ ਬਈ ਇੱਕ ਬੱਚਾ ਤੁਹਾਡੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਰੱਬ ਨੇ ਦਿੱਤਾ ਹੈ। ਉਹਦੀ ਆਪਾਂ ਖੁਸ਼ੀ ਮਨਾਉਂਦੇ ਨੇ। ਜਿਹੜੇ ਪਰਿਵਾਰਾਂ 'ਚ ਵਿਆਹ ਹੁੰਦਾ ਉਹਦੀ ਵੀ ਆਪਾਂ ਲੋਹੜੀ, ਇੱਕ ਖੁਸ਼ੀ ਹੈ ਅਤੇ ਖੁਸ਼ੀ ਦਾ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ। ਸਗੋਂ ਧੀਆਂ ਦੀ ਹੋਰ ਆਪਾਂ ਨੂੰ ਹੋਰ ਧੂਮਧਾਮ ਨਾਲ ਮਨਾਉਣੀ ਚਾਹੀਦੀ ਜੀ। ਮੈਂ ਪਿੱਛੇ ਵੀ ਇਹਦੇ ਸੰਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਹੈਗੀ। ਇਹ ਬੜੀ ਹੀ ਸ਼ਰਮਨਾਕ ਗੱਲ ਹੈ, ਪਤਾ ਨਹੀਂ ਪਿੱਛੇ ਕੀ ਹੈ, ਕਿਸ ਤਰ੍ਹਾਂ ਹੈ, ਬਟ ਜੋ ਕੋਈ ਇਸ ਤਰ੍ਹਾਂ ਦਾ ਵਿਚਾਰ ਰੱਖਦਾ ਹੈਗਾ, ਇਹ ਮੈਂ ਬਤੌਰ ਡਿਪਟੀ ਕਮਿਸ਼ਨਰ ਕਹਿ ਰਿਹਾ, ਮੇਰੇ ਸਾਰੇ ਅਧਿਕਾਰੀਗਣ ਵੀ ਹੈ। ਇਹਦੇ ਲਈ ਅਸੀਂ ਸਪੈਸ਼ਲੀ ਅੱਗੇ ਮੁਹਿੰਮ ਵੀ ਚਲਾਉਣੇ ਆ
ਉਹ ਖਬਰਦਾਰ ਹੋ ਜਾਣ। ਕੋਈ ਮਾਰਦਾ ਹੈ ਜਾਂ ਕੋਈ ਉਹਦੇ ਵਿੱਚ ਸਹਿਯੋਗ ਕਰਦਾ ਹੈਗਾ, ਅਸੀਂ ਉਹਨੂੰ ਫੜ ਕੇ ਉਹਨਾਂ ਨੂੰ ਜਾ ਕੇ ਫੜਨਾ ਹੈਗਾ। ਜੇ ਇੱਦਾਂ ਦਾ ਸਾਨੂੰ ਕੋਈ ਪਤਾ ਲੱਗ ਗਿਆ ਤੇ ਅਸੀਂ ਉਹ ਆਪਣਾ ਸੋਚ ਕੇ ਰੱਖਣ ਕੀ ਕਰਨਾ ਹੈਗਾ। ਨਾਲ ਹੀ ਪਿੱਛੇ ਸਾਡੇ ਡੀਪੀਓ ਮੈਡਮ ਨੇ, ਇਹਨਾਂ ਦੇ ਸਹਿਯੋਗ ਨਾਲ ਅਸੀਂ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਨਿਤ ਨਵੇਂ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਬਠਿੰਡਾ ਦੇ ਟਰਾਂਸਪੋਰਟਰ ਵੱਲੋਂ ਟਰਾਂਸਪੋਰਟ ਅਧਿਕਾਰੀ ਦੀਆਂ ਮਨਮਾਨੀਆਂ ਤੋਂ ਦੁਖੀ ਹੋ ਕੇ ਆਰਟੀਓ ਦਫ਼ਤਰ ਪਹੁੰਚ ਕੇ ਆਪਣੀ ਗੱਡੀ ਦੀਆਂ ਚਾਬੀਆਂ ਅਧਿਕਾਰੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਜੀ ਸਰ, ਹਾਂਜੀ ਸਰ, ਅੱਜ ਦੀ ਡਿਊਟੀ ਦਾ ਕੀ? ਅੱਜ ਦੀ ਡਿਊਟੀ ਇਹ ਹੈਗੀ ਹੈ ਜੀ, ਪਿਛਲੇ ਦਿਨੀ ਤੁਹਾਨੂੰ ਪਤਾ ਸੀਗਾ ਪੀਸੀਐਸ ਅਫਸਰਾਂ ਦੇ ਛੁੱਟੀ ਤੇ ਜਾਣ ਕਾਰਨ ਪਬਲਿਕ ਦੇ ਕੁਝ ਕੰਮ ਪ੍ਰਭਾਵਿਤ ਹੋਏ ਸੀਗੇ। 2 ਦਿਨਾਂ ਦੇ ਵਿੱਚ ਉਹ ਕੰਮ ਨਹੀਂ ਹੋ ਸਕਿਆ ਸੀਗਾ। ਬੁੱਧਵਾਰ ਨੂੰ ਮੈਂ ਵੀ ਜੁਆਇਨ ਕਰ ਲਿਆ ਸੀ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਪੀਸੀਐਸ ਆਫੀਸਰ ਐਸੋਸੀਏਸ਼ਨ ਹੈ, ਉਹਨਾਂ ਨੇ ਕੱਲ੍ਹ ਰਾਤ ਨੂੰ ਫੈਸਲਾ ਲਿਆ ਵੀ ਜਿੰਨੇ ਵੀ ਪੀਸੀਐਸ ਅਧਿਕਾਰੀ ਹੈਗੇ ਹੈ ਪਬਲਿਕ ਦੇ ਕੰਮ ਸ਼ਨੀਚਰਵਾਰ ਤੇ ਐਤਵਾਰ ਨੂੰ ਦਫ਼ਤਰ ਦੇ ਵਿੱਚ ਬੈਠ ਕੇ ਕਰਨਗੇ। ਈਵਨ ਦੋ ਜਿਹੜੇ ਮੇਰੇ ਬਾਬੂ ਆ ਜਾਂ ਡੀਲਿੰਗ ਹੈਂਡ ਹੈ, ਮੈਂ ਉਹਨਾਂ ਨੂੰ ਇਸ ਬਾਰੇ ਸੂਚਿਤ ਕਰਤਾ ਸੀਗਾ ਵੀ ਮੇਰੇ ਵੱਲੋਂ ਇਹ ਸੈਟਰਡੇ ਔਰ ਸੰਡੇ ਨੂੰ ਦਫ਼ਤਰ ਲਾਇਆ ਜਾਊਗਾ, ਪਰ ਫਿਰ ਵੀ ਲੇਟ ਨਾਈਟ ਜਾਂ ਸ਼ਾਮ ਨੂੰ ਮੈਸੇਜ ਆਨ ਕਰਕੇ ਕੁਛ ਹੈ ਜਿਹੜੇ ਕਰਮਚਾਰੀ ਪਹਿਲਾਂ ਤੋਂ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ, ਸ਼ਾਇਦ ਉਹ ਦਫ਼ਤਰ ਦੇ ਵਿੱਚ ਹਾਜ਼ਰ ਨਾ ਹੋਣ, ਪਰ ਮੈਂ ਇੱਥੇ ਬੈਠਾ ਔਰ ਇਸ ਦੇ ਨਾਲ ਜੀ ਸਾਡੇ ਤੋਂ ਇੱਕ ਸੜਕ ਸੁਰੱਖਿਆ ਸਪਤਾਹ ਜਿਹੜਾ 11 ਜਨਵਰੀ ਤੋਂ ਮਨਾਇਆ ਜਾ ਰਿਹਾ ਹੈਗਾ, ਹੁਣ ਵੀ ਉਸ ਦੇ ਬਾਰੇ ਇੱਕ ਪ੍ਰੋਗਰਾਮ ਹੈਗਾ। ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦਾ ਵੀ ਹੈਗਾ, ਮੈਂ ਵੀ ਉੱਥੇ ਜਾਣਾ ਹੈਗਾ। ਤਾਂ ਪਬਲਿਕ ਦੀ ਸਹੂਲਤ ਲਈ ਹੀ ਅਸੀਂ ਇੱਥੇ ਬੈਠੇ ਹੈਗੇ ਔਰ ਪਬਲਿਕ ਦਾ ਜਿਹੜਾ ਵੀ ਕੰਮ ਹੈਗਾ ਉਹ ਪ੍ਰਾਇੋਰਟੀ ਤੇ ਕੀਤਾ ਜਾਵੇਗਾ। ਸਰ, ਕੋਈ ਕੰਮ ਪ੍ਰਭਾਵਿਤ ਵੀ ਹੋਏ ਸੀ ਸਟ੍ਰਾਈਕ ਦੌਰਾਨ ਜਿਹੜੇ ਤੁਸੀਂ ਅੱਜ ਕਰਨੇ ਸੀਗੇ, ਵੀ ਤੁਹਾਡੇ ਨਾਲ ਦੇ ਸਾਥੀ ਜਿਹੜੇ ਆਏ, ਤੁਹਾਡੇ ਕਲੀਗ ਜਿਹੜੇ ਹੈਗੇ ਆ? ਨਹੀਂ, ਇਸ ਤਰ੍ਹਾਂ ਦਾ ਤਾਂ ਜੀ ਮਤਲਬ ਜਿਹੜਾ ਹੈਗਾ ਉਹੀ ਜ਼ਿਆਦਾ ਦੱਸ ਸਕਦੇ ਆ, ਬਟ ਮੇਰੇ ਦਫ਼ਤਰ ਦੇ ਵਿੱਚ ਜਿਹੜਾ ਕੰਮ ਹੁੰਦਾ ਮੋਸਟਲੀ ਆਨਲਾਈਨ ਹੁੰਦਾ ਹੈਗਾ, ਉਹ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦਾ। ਅਸੀਂ ਜੇ ਉਸ ਦੇ ਵਿੱਚ 1 ਘੰਟਾ ਜਾਂ 2 ਘੰਟੇ ਆਨਲਾਈਨ ਕੰਮ ਨੂੰ ਨਿਪਟਾਰਾ ਕਰ ਦਿੰਦੇ ਆ ਤਾਂ ਉਸ ਦੇ ਵਿੱਚ 4 ਘੰਟੇ ਲਾ ਲਾਂਗੇ, ਬਟ ਉਹ ਨਿਪਟਾ ਦਿੱਤਾ ਜਾਂਦਾ ਜੀ। ਸਾਡੇ ਕੋਲੇ ਕੋਈ ਪੈਂਡੈਂਸੀ ਹੈ ਨਹੀਂ। ਅੱਜ ਆਏ ਜੀ ਤੁਹਾਡੇ ਨਾਲ ਦੇ ਕੋਈ ਜਿਹੜੇ ਹੈਗੇ ਤੁਹਾਡੇ ਨਿਚਲੇ ਅਧਿਕਾਰੀ ਜਿਹੜੇ? ਹਾਂਜੀ, ਬੈਠੇ ਹੈ ਜੀ, ਕੁਛ ਬੈਠੇ ਹੈ। ਠੀਕ ਹੈ ਸਰ। ਤਰਨਤਾਰਨ ਵਿੱਚ 5 ਸਾਲ ਦੇ ਬੱਚੇ ਦੇ ਗਰਦਨ ਵਿੱਚ ਡੋਰ ਫਿਰ ਗਈ, ਜੋ ਕਿ ਬੇहद ਹੀ ਖਤਰਨਾਕ ਸੀ, ਜਿਸ ਕਾਰਨ ਜ਼ਖਮੀ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤੇ ਜ਼ਿਆਦਾ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਹਾਲਤ ਨੂੰ ਦੇਖ ਕੇ ਮਾਂ ਦਾ ਰੋ ਕੇ ਬੁਰਾ ਹਾਲ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਵਿਕ ਰਹੀ ਚਾਈਨਾ ਡੋਰ ਤੇ ਹਰਦੀਪ ਕੌਰ ਆ। ਇਹ ਸਾਡੇ ਜਤਨ ਸਿੰਘ ਮੱਲੇ ਆ। ਸਰ ਕੀ ਗੱਲ ਪਰ ਬੱਚੇ ਡੋਰ ਫਿਰ ਕਿੱਦਾਂ? ਇਹ ਬੇਟੀ ਆਈ ਆ ਗਵਾਂਢ ਸਾਡੇ ਗਵਾਂਢੀਆਂ ਦੀ, ਉਹ ਸਾਡੇ ਘਰ ਆਈ ਤੇ ਕਹਿੰਦੀ ਚਲੋ ਮੱਥੇ ਟੇਕਣ ਚੱਲੀਏ ਗੁਰਦੁਆਰਾ ਸਾਹਿਬ। ਅਸੀਂ ਉੱਥੇ ਗੁਰਦੁਆਰਾ ਸਾਹਿਬ ਚੱਲੇ ਆ, ਬਸ ਉੱਪਰੋਂ ਡੋਰ ਤੇ ਡੋਰ ਨੇ ਬੱਚੇ ਦਾ ਗਲਾ ਜਿਹੜਾ ਵਾ ਨਾਲ ਹੀ ਗਲੇ ਦੇ ਵਿੱਚ ਡੋਰ ਫਿਰ ਗਈ ਆ ਤੇ ਬੱਚੇ ਦੀ ਜਿਹੜੀ ਦਿਮਾਗ ਵਾਲੀ ਨਾੜ ਆ ਉਹਨੂੰ ਥੋੜੀ ਜਿਹੀ ਮਤਲਬ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਲੀਡਿੰਗ ਬਹੁਤ ਹੋਈ ਆ। ਅੱਗੇ ਬੱਚੇ ਜਾਣ ਬਚਾਏਗੀ ਕਿਸ ਤਰ੍ਹਾਂ ਮੈਂ ਹੁਣ ਦੇਖੋ ਹੁਣ ਦਾਦਾ ਵਾ ਅਸੀਂ ਇਸ ਤਰ੍ਹਾਂ ਪਹੁੰਚੇ, ਮਤਲਬ ਬੱਚਾ ਲੈ ਗਏ ਆ, ਕੋਈ ਵਿਚਾਰੇ 2 ਜਾਣੇ ਆਏ ਆ, ਉਹ ਬੱਚਾ ਲੈ ਗਏ ਆ ਤੇ ਬੱਚਾ ਕਰਨ ਤੋਂ ਬਾਅਦ ਅਸੀਂ ਲੱਭਦੇ ਰਹੇ ਆ ਬੱਚਾ ਕਿੱਥੇ ਆ ਤੇ ਉਹ ਕਮਲ ਹਸਪੀਟਲ ਬੱਚਾ ਲਿਆਂਦਾ ਵਾ ਤੇ ਉਹ ਡਾਕਟਰ ਕੀ ਕਹਿੰਦੇ ਨੇ? ਹੁਣ ਡਾਕਟਰ ਕਹਿੰਦੇ ਵੀ ਅੰਮ੍ਰਿਤਸਰ ਜਿਹੜੀ ਇਹਦੀ ਆ ਉਹ ਪਲਾਸਟਿਕ ਜਿਹੜੀ ਇਹਦੀ ਸਰਜਰੀ ਆ ਉਹ ਹੋਏਗੀ, ਨਾੜ ਦੀ ਆਪਰੇਸ਼ਨ ਹੋਏਗਾ ਬੱਚੇ ਦਾ। ਕੀ ਮੈਸੇਜ ਦੇਣਾ? ਲੋਕਾਂ ਨੇ ਇਹੋ ਮੈਸੇਜ ਦੇਣਾ ਚਾਹੁੰਦੇ ਵੀ ਚਾਈਨਾ ਡੋਰ ਤੋਂ ਆਪਣੇ ਬੱਚੇ ਬਚਾਓ ਜਿਸ ਤਰ੍ਹਾਂ ਹੋ ਸਕਦੇ ਆ। ਬਹੁਤ ਜ਼ਿਆਦਾ ਨੁਕਸਾਨ ਜੇ ਇਸ ਚੀਜ਼ ਦਾ, ਤੇ ਅੱਜ ਸਾਡੇ ਤਾਂ ਇੱਕ ਵਾਰੀ ਸਾਡੇ ਤੇ ਜਾਨ ਨਿਕਲ ਗਈ ਜੇ ਸਾਰੀ ਹੱਥਾਂ ਪੈਰਾਂ ਦੀ, ਸਾਡੇ ਹੱਥਾਂ ਪੈਰਾਂ ਦੀ ਜਾਨ ਨਿਕਲੀ ਤੇ ਸਾਡਾ ਬੱਚਾ ਬਚ ਗਿਆ, ਇੰਨੀ ਬੜੀ ਜੀ। ਤੇ ਪਰ ਆਪਣੇ ਬੱਚੇ ਬਚਾਓ ਜਿਸ ਤਰ੍ਹਾਂ ਸਾਨੂੰ ਹੋ ਸਕਦਾ, ਜਿਸ ਤਰ੍ਹਾਂ ਵੀ ਹੋ ਸਕਦਾ ਮੇਰੇ ਉਹ ਮੈਸੇਜ ਤੇ ਆਪਣੇ ਬੱਚੇ ਬਚਾ ਲਓ ਬਸ। ਇਹ ਚਾਈਨਾ ਡੋਰ ਦਾ ਖਾਤਮਾ ਕਰੋ ਜਿਸ ਤਰ੍ਹਾਂ ਹੋ ਸਕਦਾ। ਸਰ ਇੱਕ ਛੋਟੇ ਬੱਚੇ ਦੀਆਂ ਜਿੱਥੇ ਚਾਈਨਾ ਡੋਰ ਕਰਕੇ ਗਰਦਨ ਫਿਰ ਗਈ ਹੈ, ਜੇ ਵਾਹਵਾ ਟਾਂਕੇ ਟੁਕੇ ਦੱਸੇ ਜਾ ਰਹੇ, ਕੀ ਮਤਲਬ ਸਾਹਮਣੇ ਆ ਰਿਹਾ, ਕੀ ਕੰਮ ਇਹਦੇ ਬਾਰੇ? ਦੇਖੋ ਜੀ, ਇਹ ਜੋ ਵੀ ਕੰਮ ਹੋਇਆ ਵਾ, ਇੱਕ ਲੋਹੜੀ ਦਾ ਤਿਉਹਾਰ ਜਿਹੜਾ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਵਾ, ਪਰ ਇੱਕ ਇਹ ਬੜੀ ਹੀ ਤਗੜੀ ਢਿੱਲ ਵਾ ਪ੍ਰਸ਼ਾਸਨ ਦੀ, ਜਿਹੜੀ ਕਿ ਚਾਈਨਾ ਡੋਰ ਅੱਜ ਕੱਲ੍ਹ ਸ਼ਰੇਆਮ ਵਿਕ ਰਹੀ ਆ। ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਵੀ ਕਿਸੇ ਵੀ ਬੰਦੇ ਕੋਲ ਡੋਰ ਚਾਈਨਾ ਜਿਹੜੀ ਆ ਬਰਾਮਦ ਹੁੰਦੀ ਆ, ਉਸ ਬੰਦੇ ਦੇ ਪ੍ਰਸ਼ਾਸਨ ਨੂੰ ਪੂਰੇ ਤੌਰ ਤੇ ਸਕੰਜਾ ਕੱਸਣਾ ਚਾਹੀਦਾ ਵਾ, ਔਰ ਜਿਹੜੀ ਮੌਕੇ 'ਤੇ ਉਹਦੀ ਜ਼ਮਾਨਤ ਕਰਦੇ ਆ ਉਹ ਜ਼ਮਾਨਤ ਉਹਨਾਂ 'ਚ ਬੰਦ ਕਰਨੀ ਚਾਹੀਦੀ ਆ, ਔਰ ਸਖਤ ਤੋਂ ਸਖਤ ਸਜ਼ਾ ਨੂੰ ਦੇਣੀ ਚਾਹੀਦੀ ਆ। ਜਿਸ ਤਰ੍ਹਾਂ ਕਿ ਅੱਜ ਤਰਨਤਾਰਨ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਮਾਘੀ ਦੇ ਇੱਕ ਬੱਚੇ ਦੀ ਚਾਈਨਾ ਡੋਰ ਦੇ ਕਰਕੇ ਦਰਬਾਰ ਸਾਹਿਬ ਦੇ ਲਾਗੇ ਆ ਬਹੁਤ ਹੀ ਮਤਲਬ ਗਰਦਨ ਦੇ ਲਾਗੇ ਬੜੀ ਤਿੱਖੀ ਤਰ੍ਹਾਂ ਮਤਲਬ ਕੱਟ ਲੱਗਾ ਵਾ, ਜਿਹਨੂੰ ਕਮਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਅੰਮ੍ਰਿਤਸਰ ਅਮਨਦੀਪ ਹਸਪੀਟਲ। ਉਹ ਮਾਂ ਬੱਚੇ ਦੀ ਇਸ ਵੇਲੇ ਰੋ ਰਹੀ ਆ, ਵਿਲਕ ਰਹੀ ਆ, ਕਲਪ ਰਹੀ ਆ। ਅਸੀਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਇਹਨਾਂ ਲੋਕਾਂ ਦੇ ਵੱਧ ਤੋਂ ਵੱਧ ਤਗੜਾ ਸਕੰਜਾ ਕੱਸਿਆ ਜਾਵੇ, ਤਾਂ ਜੋ ਮਾਂ ਪਿਓ ਬੱਚੇ ਦੇ ਆ ਉਹ ਇਸ ਤਰ੍ਹਾਂ ਦੁਖੀ ਹਿਰਦੇ ਨਾ ਹੋਣ।
ਬਟਾਲਾ ਸਿਵਲ ਹਸਪਤਾਲ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਤੇ ਆਏ ਦਿਨ ਇਸ ਅੰਦਰ ਦੀਆਂ ਕਮੀਆਂ ਅਕਸਰ ਹੀ ਨਜ਼ਰ ਆਉਂਦੀਆਂ ਰਹਿੰਦੀਆਂ ਹਨ, ਜਿਸ ਦੇ ਚੱਲਦਿਆਂ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਵੱਲੋਂ ਬਟਾਲਾ ਸਿਵਲ ਹਸਪਤਾਲ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੁਝ ਡਾਕਟਰ ਗੈਰ ਹਾਜ਼ਰ ਵੀ ਪਾਏ ਗਏ। ਮੇਰੇ ਤਾਇਆ ਜੀ ਆਏ ਆ, ਪੇਸ਼ੈਂਟ ਹੀ ਹਾਰਟ ਦੇ ਤੇ ਉਹਨਾਂ ਨੂੰ ਲੈ ਕੇ ਆਏ ਸੀ ਤੇ ਅੰਦਰ ਆਏ ਆਪਾਂ। ਚਲੋ ਪਹਿਲਾਂ ਟ੍ਰੀਟਮੈਂਟ ਕਰਨ ਦੇ ਸੀ ਥੋੜਾ ਸਾਰਾ, ਤੇ ਆਕਸੀਜਨ ਨਹੀਂ ਉਹਨਾਂ ਨੂੰ ਮਿਲੀ ਤੇ ਸਿਰ ਉਹ ਮੈਡਮ ਆਇਆ, ਕੀ ਨਾਮ ਹੁੰਦਾ, ਸਿਵਲ ਸਰਜਨ ਮੈਡਮ ਆਇਆ ਤੇ ਫਿਰ ਉਸੇ ਵੇਲੇ ਆਕਸੀਜਨ ਉਹਨਾਂ ਨੂੰ ਮਿਲ ਗਈ। ਹਸਪਤਾਲ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਹੈ, ਆਕਸੀਜਨ ਤੇ ਇੱਥੇ ਹੈ ਨਹੀਂ। ਤੁਹਾਨੂੰ ਕੀ ਲੱਗਦਾ ਚੈਕਿੰਗ ਹੋਣੀ ਚਾਹੀਦੀ ਹੈ? ਜ਼ਰੂਰ ਜੀ ਸਰ, ਸਾਰਿਆਂ ਦਾ ਫਾਇਦਾ ਇਹਦੇ ਵਿੱਚ, ਜਿਹੜੇ ਮਾੜੇ ਬੰਦੇ ਆ ਉਹਨਾਂ ਦਾ ਭਲਾ ਹੀ ਕਰਨਾ। ਹਸਪੀਟਲ ਦੇ ਸਾਲ ਮੈਂ ਇੱਧਰ ਲੈ ਕੇ ਆਇਆ ਜਦੋਂ ਪਾਪਾ ਨੂੰ ਪਹਿਲੇ ਨੰਬਰ ਤੇ ਕਹਿੰਦੇ ਕਦੀ ਆਕਸੀਜਨ ਨਹੀਂ ਅੰਦਰ, ਠੀਕ ਹੈ। ਉਸ ਤੋਂ ਬਾਅਦ ਜਦੋਂ ਹੁਣ ਮੈਡਮ ਆਏ ਆ, ਹੁਣ ਸਾਰਾ ਡੰਡਾ ਕੱਢਿਆ ਤਾਂ ਹੁਣ ਸਭ ਕੁਝ ਨਿਕਲਦਾ ਪਿਆ ਅੰਦਰ। ਸਿਵਲ ਹਸਪੀਟਲ ਮਾੜਾ ਬੰਦਾ ਤੇ ਆਏਗਾ ਹੀ ਆਏਗਾ, ਜਿਹਨੇ ਵਿਚਾਰੇ ਨਹੀਂ ਕਿਤੇ ਜਾ ਸਕਦਾ। ਹੁਣ ਉਹਦੇ ਅੱਜ ਸਿਵਲ ਹਸਪਤਾਲ ਬਟਾਲੇ ਮੈਂ ਅਚਨਚੇਤ ਚੈਕਿੰਗ ਲਈ ਆਈ ਹਾਂ। ਸਪੈਸ਼ਲੀ ਆਈ ਐਮ ਕੰਸਰਨਡ ਫॉर ਐਮਰਜੈਂਸੀ ਸਰਵਿਸਿਜ਼ ਤੇ ਸਾਡੀ ਇੱਕ ਰੂਟੀਨ ਵੀ ਹੁੰਦਾ ਕਿ ਦੌਰਾ ਕਰਨਾ ਹੁੰਦਾ ਹਸਪਤਾਲ ਦਾ, ਤੇ ਐਮਰਜੈਂਸੀ ਸੇਵਾਵਾਂ ਲਈ ਮੈਂ ਜ਼ਿਆਦਾ ਕੰਸਰਨਡ ਹੈ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਪੇਸ਼ੈਂਟਸ ਨੂੰ ਬਹੁਤ ਅੱਛੇ ਤਰੀਕੇ ਨਾਲ ਮਿਲਣ, ਤੇ ਇਹਦੇ ਵਿੱਚ ਐਮਰਜੈਂਸੀ ਮਰੀਜ਼ ਜਿਹੜਾ ਵੀ ਆਵੇ ਉਹਨੂੰ ਤਰੀਕੇ ਨਾਲ ਰੈਫਰ ਕੀਤਾ ਜਾਵੇ ਔਰ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਐਮਰਜੈਂਸੀ 'ਚ, ਕਿਉਂਕਿ ਐਮਰਜੈਂਸੀ 'ਚ ਮਰੀਜ਼ ਦੀ ਜਿਹੜਾ ਇਲਾਜ ਹੈ ਉਹ ਬਹੁਤ ਜ਼ਰੂਰੀ ਹੈ। ਜੋ ਉਹੀ ਸ਼ੁਰੂਆਤ ਦੇ ਥੋੜ੍ਹੇ ਘੰਟੇ ਹੁੰਦੇ ਨੇ ਉਹ ਮਰੀਜ਼ ਦੀ ਜਾਨ ਬਚਾਉਣ ਵਿੱਚ ਮਰੀਜ਼ ਲਈ ਬਹੁਤ ਹੀ ਅਹਿਮ ਹੁੰਦੇ ਨੇ। ਸੋ ਇਸ ਕਰਕੇ ਮੈਂ ਬਟਾਲੇ ਅੱਜ ਆਈ ਹਾਂ ਦੌਰਾ ਕਰਨ ਲਈ ਅਚਨਚੇਤ। ਫਿਰ ਡਾਕਟਰਾਂ ਦੇ ਕੰਮ ਪਾਈ ਗਈ ਹੈ ਆ ਕੇ ਰਜਿਸਟਰ ਚੈੱਕ ਕੀਤੇ ਗਏ ਨਾ ਤੁਹਾਡੇ ਨੂੰ? ਕਮੀ, ਹਾਂ ਕਮੀਆਂ ਹੈਗੀਆਂ ਥੋੜ੍ਹੀਆਂ ਬਹੁਤੀਆਂ, ਡਾਕਟਰਾਂ ਦੇ ਟਾਈਮਿੰਗਸ ਵਗੈਰਾ 'ਚ ਥੋੜ੍ਹਾ ਅੱਗੇ ਪਿੱਛੇ ਆਉਂਦੇ ਨੇ, ਕੋਈ ਨਾਈਟ ਡਿਊਟੀ ਕਰਕੇ ਗਏ ਨੇ, ਕਿਸ ਤਰ੍ਹਾਂ ਗਏ ਨੇ। ਸੋ ਆਈ ਹੈਵ ਟੂ ਸੀ ਕਿ ਕਿਹੜੇ ਕਿੱਦਾਂ ਹੈਗੇ ਨੇ। ਮੈਂ ਇੱਕ ਪ੍ਰੀਲਿਮਿਨਰੀ ਲੈ ਲਿਆ ਹੈਗਾ ਆ, ਮਤਲਬ ਸਾਰਾ ਰਿਵਿਊ ਡਾਕਟਰ ਸਾਹਿਬ ਕੋਲੋਂ। ਤਾਂ ਅਸੀਂ ਇਹਦੀ ਫਿਰ ਮੈਂ ਥੋੜ੍ਹਾ ਪੜਤਾਲ ਵੀ ਕਰੂੰਗੀ ਵੀ ਕਿਹੜਾ ਕਿੱਥੇ ਸੀ, ਕਿਵੇਂ ਸੀ। ਇੱਕ ਦੋ ਡਾਕਟਰ ਸੀਗੇ ਕਿ ਜਿਹੜੇ ਕਿ ਸ਼ਾਇਦ ਮੇ ਵੀ ਡਾਕਟਰ ਸਾਹਿਬ ਦੱਸ ਰਹੇ ਕਿ ਨਾਈਟ ਨੂੰ ਆਪਰੇਸ਼ਨ ਕਰਕੇ ਗਏ ਨੇ। ਸੋ ਜਨਰਲੀ ਵਰਕਿੰਗ ਠੀਕ ਹੈ, ਬਟ ਥੋੜ੍ਹੀ ਜਿਹੀ ਹੋਰ ਸੁਧਾਰ ਦੀ ਲੋੜ ਹੈ। ਵਾਰਨਿੰਗ ਦੇਵਾਂਗੇ, ਪਹਿਲੀ ਵਾਰੀ ਤਾਂ ਵਾਰਨਿੰਗ ਹੀ ਬਣਦੀ ਹੈ, ਤੇ ਜੇ ਕੋਈ ਲਗਾਤਾਰ ਸਾਨੂੰ ਲੱਗੇਗਾ ਕਿ ਸੇਮ ਇਸ ਤਰ੍ਹਾਂ ਹੋ ਰਿਹਾ, ਫਿਰ ਨੈਚੁਰਲੀ ਕਾਰਵਾਈ, ਸਖਤ ਕਾਰਵਾਈ ਹੋਏਗੀ। ਕੋਈ ਆਈ ਐਮ ਵੈਰੀ ਸੀਰੀਅਸ ਅਬਾਊਟ ਦ ਥਿੰਗਸ ਕਿ ਕੰਮ ਜਿਹੜਾ ਆ ਕੰਮ ਲਈ ਮੈਂ ਬਹੁਤ ਸੀਰੀਅਸ ਹਾਂ ਕਿ ਕੰਮ 'ਚ ਮੈਂ ਕੋਤਾਹੀ ਕੋਈ ਵੀ ਬਰਦਾਸ਼ਤ ਨਹੀਂ ਕਰਦੀ। ਫਿਰੋਜ਼ਪੁਰ ਦੇ ਹਲਕਾ ਗੁਰਹਰ ਸਾਹਿਬ ਦੇ ਪਿੰਡ ਗਾਮੂਵਾਲਾ ਦੀ ਰਹਿਣ ਵਾਲੀ ਸ਼ਤਾਬਦੀ ਉਰਫ ਰਸ਼ਮੀਤ ਕੌਰ ਪਤਨੀ ਬਖਸ਼ੀਸ਼ ਸਿੰਘ ਜੋ ਕਿ BSF ਵਿੱਚ ਨੌਕਰੀ ਕਰਦੀ ਹੈ, ਜਿਸ ਨੇ ਦਿੱਲੀ ਵਿੱਚ ਹੋਏ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ, ਜਿਸ ਦੇ ਹਰ ਸਾਲ ਹੋਣ ਵਾਲੇ ਅਲੱਗ-ਅਲੱਗ ਇਵੈਂਟ ਤੇ ਬਾਈਕ ਸਟੰਟ ਦੇਖੇ ਜਾ ਸਕਦੇ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਤਾਬਦੀ ਨੇ ਬੁਲਟ ਮੋਟਰਸਾਈਕਲ 350 ਸੀਸੀ ਉੱਪਰ 9 ਫੁੱਟ 6 ਇੰਚ ਦੀ ਪੌੜੀ ਲਗਾ ਕੇ ਲਗਾਤਾਰ 2 ਘੰਟੇ 33 ਮਿੰਟ 44 ਸਕਿੰਟ ਚਲਾ ਕੇ 76.8 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ ਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕੀਤਾ ਸੀ। ਇੱਥੇ ਵੀ ਦੱਸ ਦਈਏ ਕਿ ਸ਼ਤਾਬਦੀ ਦਾ ਪਤੀ ਪੰਜਾਬ ਪੁਲਿਸ ਵਿੱਚ ਕੰਮ ਕਰਦਾ ਹੈ ਤੇ ਉਹਨਾਂ ਦੀ ਇੱਕ 10 ਮਹੀਨੇ ਦੀ ਛੋਟੀ ਬੱਚੀ ਵੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਬਖਸ਼ੀਸ਼ ਸਿੰਘ, ਹੁਣ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰ ਰਿਹਾ। ਸਾਡਾ ਜੋ ਪਿੰਡ ਗਾਮੂਵਾਲਾ ਬਿਲਕੁਲ ਬਾਰਡਰ ਬੈਲਟ ਦੇ ਉੱਪਰ ਹੀ ਸਥਿਤ ਹੈ, ਫਿਰੋਜ਼ਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਅਸੀਂ। ਅਤੇ ਮੇਰੇ ਮਿਸਿਜ਼ ਨੇ ਜੋ ਹੁਣ ਹਾਲੇ ਹੀ ਵਰਲਡ ਰਿਕਾਰਡ ਬਣਾ ਕੇ ਆਏ ਆ, ਲਿਮਕਾ ਬੁੱਕ ਆਫ ਵਰਲਡ ਰਿਕਾਰਡ, ਅਤੇ ਸਾਨੂੰ ਬਹੁਤ ਖੁਸ਼ੀ ਹੋਈ। ਉਹਨਾਂ ਨੇ ਪਿੰਡ ਦਾ ਨਾਂ, ਹਲਕੇ ਦਾ ਨਾਂ, ਪੰਜਾਬ ਦਾ ਨਾਂ, ਭਾਰਤ ਦਾ ਨਾਂ ਬਹੁਤ ਉੱਚਾ ਚੁੱਕਿਆ ਅਤੇ ਸਾਨੂੰ ਇਸ ਦੇ ਵਿੱਚ ਬਹੁਤ ਖੁਸ਼ੀ ਹੋਈ ਅਤੇ ਅਸੀਂ ਉਹਨਾਂ 'ਤੇ ਮਾਣ ਮਹਿਸੂਸ ਕਰਦੇ ਹਾਂ। ਤੁਸੀਂ ਕਿੱਥੇ ਪਹਿਲਾਂ BSF? ਹਾਂਜੀ, ਇਸ ਤੋਂ ਪਹਿਲਾਂ ਮੈਂ BSF ਦੇ ਵਿੱਚ ਕਾਂਸਟੇਬਲ ਰੈਂਕ 'ਤੇ ਸਰਵਿਸ ਕਰਕੇ ਆਇਆ। ਉਸ ਟਾਈਮ ਅਸੀਂ ਇਕੱਠੇ ਹੀ ਸੀਗੇ ਅਤੇ ਹੁਣ 2021 ਦੇ ਵਿੱਚ ਜੋ ਅਸਾਮੀਆਂ ਆਈਆਂ ਸੀਗੀਆਂ ਪੰਜਾਬ ਪੁਲਿਸ ਦੇ ਵਿੱਚ, ਹੁਣ ਇਹਨਾਂ ਦੇ ਵਿੱਚ ਮੈਂ ਸਿਲੈਕਟ ਹੋ ਕੇ ਇੱਧਰ ਸਰਵਿਸ ਨਿਭਾ ਰਿਹਾ। ਅਤੇ ਤੁਹਾਡੇ ਮਿਸੀ ਦਾ ਹੁਣ ਕਿਵੇਂ, ਤੁਹਾਡਾ ਕੀ ਕਹਿਣਾ ਵੀ ਜਿਹੜਾ ਅੱਜ ਮਿਸੀ ਤੁਹਾਡੇ ਸੇਵਾ ਕਰ ਰਹੇ ਨੇ ਦੇਸ਼ ਦੀ, ਕੀ ਕਹਿਣਾ? ਹਾਂਜੀ, ਬਹੁਤ ਹੀ ਕੜੀ ਮਿਹਨਤ ਕਰ ਰਹੇ ਨੇ, ਕਿਉਂਕਿ ਇੱਕ ਡਿਊਟੀ ਵੀ ਨਿਭਾਉਣੀ ਪਲੱਸ ਪ੍ਰੈਕਟਿਸ ਸਾਰਾ ਦਿਨ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਅਤੇ ਨਾਲ ਇਹਨਾਂ ਦੇ ਛੋਟੀ ਬੱਚੀ ਵੀ ਜੋ ਕਿ 10 ਮਹੀਨਿਆਂ ਦੀ, ਉਹਨੂੰ ਵੀ ਸੰਭਾਲਣਾ, ਨਾਲ ਫੈਮਿਲੀ ਸਪੋਰਟ, ਜਿਵੇਂ ਮੰਮਾ ਨਾਲ ਰਹਿ ਕੇ ਉੱਥੇ ਦਿੱਲੀ ਨਾਲ ਸਪੋਰਟ ਕੀਤਾ, ਬੱਚੀ ਨੂੰ ਦੇਖਣਾ,
ਇਹਨਾਂ ਨੇ ਸਾਰਾ ਦਿਨ ਪ੍ਰੈਕਟਿਸ ਕਰਨਾ ਗਰਾਊਂਡ ਦੇ ਵਿੱਚ, ਉਸ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਆ ਕੇ ਬੱਚੀ ਨੂੰ ਵੀ ਦੇਖਣਾ। ਤਾਂ ਇਹਨਾਂ ਦੀ ਬਹੁਤ ਕੜੀ ਮਿਹਨਤ ਹੈ। ਕੜੀ ਮਿਹਨਤ ਦੇ ਸਦਕਾ ਹੀ ਇਹਨਾਂ ਇਹ ਜੋ ਹਾਸਿਲ ਕੀਤਾ ਹੈ। ਸ਼ਾਂਤੀ ਬਾਈ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਪਿੰਡ ਗਾਮੂ ਵਾਲਾ, ਹਾਂਜੀ, ਹਲਕਾ ਗੁਰੂ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਾਂ। ਹਾਂ, ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੀ ਨੂੰਹ ਨੇ ਜਿਹੜਾ ਸਾਡੀ ਬੇਟੀ ਨੇ ਬਹੁਤ ਨਾਂ ਉੱਚਾ ਕੀਤਾ ਹੈ, ਪਿੰਡ ਦਾ, ਜ਼ਿਲ੍ਹੇ ਦਾ, ਪਰਿਵਾਰ ਦਾ। ਬਹੁਤ ਕੁਝ ਕਰ ਸਕਦੀਆਂ ਨੇ ਲੜਕੀਆਂ ਕੋਈ ਕਿਸੇ ਨਾਲ ਘੱਟ ਨਹੀਂ ਹੁੰਦੀਆਂ। ਹੁਣ ਕਿੱਦਾਂ ਦੀ ਖੁਸ਼ੀ ਹੋ ਰਹੀ ਤੁਹਾਨੂੰ? ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੀ ਬੇਟੀ ਨੇ ਵਰਲਡ ਰਿਕਾਰਡ ਬਣਾਇਆ ਹੈ, ਤੇ ਮਾਣ ਬਹੁਤ ਜ਼ਿਆਦਾ ਮਾਣ ਹੈ ਸਾਨੂੰ ਬੇਟੀਆਂ ਤੇ। ਅੱਗੇ ਤੋਂ ਵੀ ਬੇਟੀਆਂ ਨੂੰ ਅਸੀਂ ਮੈਸੇਜ ਕਰਨੇ ਆ ਵੀ ਬੇਟੀ ਕੋਈ ਕਿਸੇ ਨਾਲੋਂ ਘੱਟ ਨਹੀਂ ਹੁੰਦੀ। ਪੜ੍ਹ ਲਿਖ ਤੇ ਬਹੁਤ ਅੱਗੇ ਜਾ ਸਕਦੀਆਂ ਨੇ, ਬਹੁਤ ਕੁਝ ਕਰ ਸਕਦੀਆਂ ਨੇ। ਦਲੀਪ ਸਿੰਘ ਹੈ ਜੀ, ਤੇ ਮੇਰੇ 4 ਬੇਟੇ ਨੇ, ਚਾਰੇ ਦੇਸ਼ ਦੀ ਸੇਵਾ 'ਚ ਨੇ। ਤੇ ਜੋ ਲੜਕੀ ਹੈ ਸਾਡੀ ਬਹੂ ਹੈ, ਇਹ ਵੀ ਦੇਸ਼ ਦੀ ਸੇਵਾ ਕਰ ਰਹੀ ਹੈ ਇਸ ਟਾਈਮ। ਬਾਕੀ ਜੋ ਇਹਨਾਂ ਨੇ ਮਿਹਨਤ ਕੀਤੀ, ਮਿਹਨਤ ਦਾ ਫਲ ਮਿਲਿਆ ਹੈ, ਵਰਲਡ ਰਿਕਾਰਡ ਬਣਾਇਆ, ਸਾਨੂੰ ਬਹੁਤ ਮਾਣ ਹੈ, ਇਸ 'ਤੇ ਬਹੁਤ ਖੁਸ਼ੀ ਹੈ। ਤੇ ਬਾਕੀ ਜਿਸ ਦੇ ਨਾਲ ਨਾਲ ਪੰਜਾਬ ਦਾ ਵੀ ਨਾਮ ਰੋਸ਼ਨ ਹੋਇਆ ਹੈ, ਨਾਲ ਜ਼ਿਲ੍ਹੇ ਦਾ, ਫਿਰੋਜ਼ਪੁਰ, ਪਿੰਡ ਗਾਮੂ ਵਾਲੇ ਦਾ, ਬਲਾਕ ਗੁਰੂ ਸਾਹਿਬ, ਬਾਕੀ ਹਲਕੇ ਦਾ, ਏਰੀਆ ਤੇ ਨੇੜੇ ਸਭੀ ਦਾ ਮਾਣ ਹੈ, ਸਭ ਜਨਤਾ ਨੂੰ ਮਾਣ ਹੈਗਾ ਇਸ 'ਤੇ। ਜਲੰਧਰ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦੇ ਵਾਰਡ ਨੰਬਰ 1 ਦੇ ਕੌਂਸਲਰ ਵੀਨਾ ਸਲਵਾਨ ਦੀ ਦੇਖ-ਰੇਖ ਵਿੱਚ ਕਾਂਗਰਸੀ ਲੀਡਰਾਂ ਤੇ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਹਜੂਮ ਰਵਾਨਾ ਹੋਇਆ। ਦੀਪਕ ਸਲਵਾਨ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਭਾਰਤ ਨੂੰ ਜੋੜਨ ਦਾ ਕੰਮ ਕਰ ਰਹੀ ਹੈ। ਅੱਜ ਅਸੀਂ ਖੜੇ ਹਾਂ ਕਪੂਰਥਲਾ ਵਿੱਚ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਜੀ ਦੇ ਦਫ਼ਤਰ ਵਿਖੇ। ਇੱਥੇ ਕਾਫੀ ਕਾਂਗਰਸੀ ਲੀਡਰ ਤੇ ਵਰਕਰਾਂ ਦਾ ਹਜੂਮ ਇਕੱਠਾ ਹੋਇਆ ਪਿਆ। ਆਓ ਪੁੱਛਦੇ ਹਾਂ ਜੀ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਜੀ ਨੂੰ ਇਹ ਕੀ ਪਰਪਸ ਆ ਅੱਜ ਦਾ। ਸਰ ਕੀ ਅੱਜ ਦਾ ਜੀ ਉਪਰਾਲਾ ਕਰਨ ਜਾ ਰਹੇ ਹੋ? ਅੱਜ ਜੀ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਕਪੂਰਥਲਾ ਕੌਂਸਟੀਚੁਐਂਸੀ ਤੋਂ ਲਗਭਗ 115 ਬੱਸਾਂ ਦਾ ਕਾਫਲਾ ਅਤੇ ਲਗਭਗ 70 ਕਾਰਾਂ ਦਾ ਕਾਫਲਾ ਅੱਜ ਉਹਨਾਂ ਦੀ ਪ੍ਰਧਾਨਗੀ ਹੇਠ ਰਵਾਨਾ ਹੋ ਰਿਹਾ। ਸ਼੍ਰੀ ਰਾਹੁਲ ਗਾਂਧੀ ਜੀ ਅੱਜ ਪਠਾਨਕੋਟ ਬਾਈਪਾਸ ਤੇ ਉੱਥੋਂ ਉਹਨਾਂ ਨੇ ਜਾਣਾ, ਤੇ ਅੱਜ ਰਾਣਾ ਜੀ ਦੀ ਅਗਵਾਈ ਦੇ ਵਿੱਚ ਕਪੂਰਥਲੇ ਦੇ ਸਮੁੱਚੇ ਕੌਂਸਲਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਲੀਡਰ ਸਾਹਿਬਾਨ, ਪਿੰਡਾਂ ਤੋਂ ਸਾਰੇ ਹੀ ਸਰਪੰਚ ਸਾਹਿਬਾਨ, ਸਾਰੇ ਹੀ ਸੂਝਵਾਨ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਕਾਂਗਰਸ ਪਾਰਟੀ ਦੇ ਵਰਕਰ ਨੇ, ਉਹਨਾਂ ਨੇ ਰਾਹੁਲ ਗਾਂਧੀ ਜੀ ਦੇ ਨਾਲ ਭਾਰਤ ਜੋੜੋ ਯਾਤਰਾ ਨੂੰ ਜੁਆਇਨ ਕਰਨਾ। ਸਰ ਜਿਹੜੀ ਕੌਮੀ ਪੱਧਰ ਤੇ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ, ਇਹਦਾ ਕੀ ਪਰਪਸ ਆ ਤੇ ਕੀ ਆਉਣ ਵਾਲੇ ਟਾਈਮ 'ਚ ਇਹਦੇ ਨਤੀਜੇ ਨਿਕਲਣ ਨੂੰ ਮਿਲ ਸਕਦੇ ਹਨ? ਦੇਖੋ ਗੱਲ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਇਹ ਜ਼ਮੀਨ ਨਾਲ ਜੁੜੀ ਹੋਈ ਆ। ਫਿਰਕਾਪ੍ਰਸਤ ਪਾਰਟੀਆਂ ਜਿਹੜੀਆਂ ਅੱਜ ਹਿੰਦੁਸਤਾਨ ਤੇ ਰਾਜ ਕਰ ਰਹੀਆਂ, ਸਾਨੂੰ ਸਾਰਿਆਂ ਨੂੰ ਹੀ ਆਪਸ ਦੇ ਵਿੱਚ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ, ਸੰਪਰਦਾਇਕਤਾ ਫੈਲਾਈ ਜਾ ਰਹੀ ਆ। ਇਹ ਉਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਆ। ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਰਾਹੁਲ ਗਾਂਧੀ ਜੀ ਲਗਭਗ 3500 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਹੋਇਆਂ ਅੱਜ ਇੱਥੋਂ ਲੰਘ ਰਹੇ ਨੇ, ਤੇ ਸਾਰਿਆਂ ਨੇ ਹੀ ਉਹਨਾਂ ਨੂੰ ਜੁਆਇਨ ਕਰਨਾ। ਤੇ ਬੜੀ ਹੀ ਜੋਸ਼ੋ ਖਰੋਸ਼ੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਸਾਡੇ ਬਜ਼ੁਰਗ ਸਾਹਿਬਾਨ ਨੇ, ਸਾਡੇ ਬਜ਼ੁਰਗ ਨੇ, ਦੇਖੋ ਇੱਧਰ ਸਾਡੇ ਮਾਮਾ ਜੀ ਬਜ਼ੁਰਗ ਨੇ, ਇਹਨਾਂ ਦੇ ਵਿੱਚ ਵੀ ਕਿੰਨਾ ਉਤਸ਼ਾਹ ਵਾ ਅੱਜ ਕਾਂਗਰਸ ਪਾਰਟੀ ਦੇ ਪ੍ਰਤੀ। ਆਪਣੇ ਨੈਸ਼ਨਲ ਲੀਡਰ ਰਾਹੁਲ ਗਾਂਧੀ ਜੀ ਨੂੰ ਨਾਲ ਉਹਨਾਂ ਦੇ ਚੱਲਣ ਵਾਸਤੇ ਇੰਨੀ ਉਮਰ ਦੇ ਵਿੱਚ ਵੀ ਅੱਜ ਤਿਆਰ ਨੇ। ਇੰਨਾ ਜੋਸ਼ ਕਾਂਗਰਸ ਪਾਰਟੀ 'ਚ ਭਰਿਆ ਹੋਇਆ, ਇਹ ਸਭ ਤੁਸੀਂ ਦੇਖ ਰਹੇ ਹੋ। ਸਲਵਾਨ ਸਾਹਿਬ 24 ਘੰਟੇ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਸ਼੍ਰੀ ਸੰਤੋਖ ਚੌਧਰੀ ਜੀ ਜਿਹੜੇ ਮੈਂਬਰ ਪਾਰਲੀਮੈਂਟ ਸੀ, ਉਹਨਾਂ ਦਾ ਜੋ ਦੇਹਾਂਤ ਹੋਇਆ ਵਾ, ਤੇ 24 ਘੰਟੇ ਯਾਤਰਾ ਆਪਣਾ ਕੈਂਸਲ ਵੀ ਰਹੀ ਆ, ਅੱਜ ਦੁਬਾਰਾ ਸ਼ੁਰੂ ਹੋ ਰਹੀ ਆ। ਆਪਣਾ ਕੀ ਵਿਚਾਰ ਦਿਓਗੇ ਇੱਥੇ? ਦੇਖੋ ਜੀ, ਦੇਖੋ ਇਹ ਆ ਕਾਂਗਰਸ ਪਾਰਟੀ 'ਚ ਹਰੇਕ ਵਰਕਰ ਦੀ, ਵੱਡੇ ਲੀਡਰ ਦੀ ਉਨੀ ਕਦਰ ਆ। ਦੇਖੋ ਉਹਨਾਂ ਦੀ ਅਚਾਨਕ ਮ੍ਰਿਤੂ ਹੋ ਗਈ ਆ ਯਾਤਰਾ ਚੱਲਦੇ ਚੱਲਦੇ, ਉਹਦੇ ਨਾਲ ਇਸ ਕਰਕੇ ਰਾਹੁਲ ਗਾਂਧੀ ਜੀ ਨੇ ਉਸ ਯਾਤਰਾ ਨੂੰ ਉੱਥੇ ਹੀ ਵਿਰਾਮ ਦੇ ਦਿੱਤਾ, ਪੋਸਟਪੋਨ ਕਰ ਦਿੱਤਾ 24 ਘੰਟੇ ਵਾਸਤੇ। ਔਰ ਅੱਜ ਉਹਨਾਂ ਦੇ ਸੰਸਕਾਰ ਤੋਂ ਬਾਅਦ
ਦੁਪਹਿਰ ਨੂੰ ਖਾਲਸਾ ਕਾਲਜ ਜਲੰਧਰ ਤੋਂ ਉਹਨਾਂ ਨੇ ਪੈਦਲ ਯਾਤਰਾ ਫੇਰ ਸ਼ੁਰੂ ਕਰਨੀ ਆ। ਸੋ ਦੇਖੋ ਇਹ ਆ ਗੱਲ ਆ ਕਿ ਉਹ ਸਾਡੇ ਬਹੁਤ ਵੱਡੇ ਲੀਡਰ ਸੀਗੇ, ਚੌਧਰੀ ਸਾਹਿਬ ਰਾਣਾ ਜੀ ਦੇ ਬਹੁਤ ਨਜ਼ਦੀਕੀ ਸੀਗੇ। ਉਹਨਾਂ ਨੇ ਯੂਥ ਕਾਂਗਰਸ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀਗੀ, ਕਾਂਗਰਸ ਪਾਰਟੀ ਨੂੰ ਸਮਰਪਿਤ ਹੋਏ ਸੀਗੇ। ਹਲਕਾ ਸੁਲਤਾਨਪੁਰ ਲੋਧੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਜਿੱਤ ਹਾਸਲ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਤੋਂ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਸਮੇਤ ਸਥਾਨਕ ਮੁੰਡੀ ਮੋੜ ਤੋਂ राहुल गांधी की भारत जोड़ो यात्रा विच शमूलियत की। भविष्य रोड के रख दिया है, वो सच्चाई अब सामने आई है। तो बहुत सारे जो नौजवान साथी हैं, आप देख सकते हैं फिरोजपुर डिवीजन से सभी एसोसिएशनों के, अलारसा हो, एस्मा हो, ओबीसी हो, गार्ड काउंसिल हो, SC ST हो, सभी एसोसिएशनों के साथी भारत जोड़ो यात्रा में पहुंचे हैं। हमारा मकसद ये नहीं है कि हम कांग्रेस पार्टी की वोट बैंक हैं या हम कांग्रेस पार्टी को ज्वाइन करेंगे। आज कांग्रेस पार्टी ने पहलकदमी करते हुए सबसे पहले राजस्थान, उसके बाद छत्तीसगढ़ और अब जब उनकी सरकार हिमाचल प्रदेश में बनी है, तो जहां पे कांग्रेस पार्टी की सरकार है वहां 3 स्टेटों में पुरानी पेंशन बहाल हुई है। और उसके अलावा पंजाब के अंदर आम आदमी पार्टी की सरकार है, उन्हें भी विवश होकर पुरानी पेंशन बहाल करनी पड़ी है। इसी तरह से झारखंड के अंदर पहले पुरानी पेंशन बहाल हो चुकी है। तो हमारा एक ही मकसद है पुरानी पेंशन बहाल के लिए। तो जो पार्टी आगे आके पुरानी पेंशन बहाली का काम करेगी, हमारी रेलवे की पूरी टीम, फ्रंट अगेंस्ट एनपीएस इन रेलवे की टीम, पूरे रेलवे के लगभग 7.5 लाख कर्मचारी उस पार्टी के साथ खड़े होंगे, उस सोच और विचार के साथ खड़े होंगे जो हमारा बुढ़ापा सुरक्षित करेगा। एसोसिएशन से और आपका इन लोगों के साथ एक साथ मंच पे आने का मकसद क्या है? मैं सोमनाथ भद्रा, डिवीजन सेक्रेटरी ऑल इंडिया लोको रनिंग स्टाफ एसोसिएशन फिरोजपुर डिवीजन। मैं 2005 में मैं ज्वाइन किया मैंने रॉयल रेलवे को, और 2005 से लेकर और अभी तक लगातार जो एमपीएस की मुहिम चली है, कई कई जगह चली है। हमारे यहाँ पे 2 फेडरेशन है, NFIR, AIRF, जिसमें उन्होंने इस तरह की मूवमेंट तो चलाई है, लेकिन उसका जो है ना जमीनी स्तर पे अभी तक भी कोई प्रतिफल दिखाई नहीं दे रहा है। तो इस करके हमने जो है ना अभी सभी एसोसिएशनों को ज्वाइन करके, जिसमें एलासा, एस्मा, IGC और RCM के साथी हैं, उनके साथ मिलकर हमने एक बड़ा एक प्लेटफॉर्म तैयार किया है, जिसमें हम इस पेंशन की बहाली के लिए, OPS की बहाली के लिए एक बहुत बड़ा आयोजन फिरोजपुर डिवीजन में करने जा रहे हैं। जिस तरह से अदर स्टेटों में हमने देखा कि हजारों की संख्या में जो है साथी वहाँ पे इकट्ठे हुए हैं OPS के लिए, लेकिन अभी तक पंजाब में इस तरह का कोई जुलूस और रैली जो है अभी तक नहीं हो पाई है, जिसके लिए अब हम तैयारी कर रहे हैं कि आने वाले समय में हम हजारों लोगों के साथ जो NPS से पीड़ित हैं, जिनको दिखाई दे रहा है कि हमारा बुढ़ापा जो है वो खतरे में है, बुढ़ापा हमारे दया की दृष्टि में चलेगा, तो उस अपने बुढ़ापे को बचाने के लिए हम इस मुहिम के साथ जुड़े हैं। और उम्मीद है हम हजारों के तादाद में हम एक बहुत बड़ा जलसा रैली। ਅੱਜ ਇੱਥੇ ਨਾਭਾ ਦੇ SDM ਦਫ਼ਤਰ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਇੱਕ ਮੰਗ ਪੱਤਰ SDM ਨਾਭਾ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ SDM ਨਾਭਾ ਨੇ ਕਿਹਾ ਹੈ ਕਿ ਪੁਲਿਸ ਅਤੇ ਸਾਡੇ ਵੱਲੋਂ ਇੱਕ ਟੀਮ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜੋ ਵੀ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਹੈ ਉਸ ਦੀ ਸੂਚਨਾ ਸਾਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤੀ ਕੀਤੀ ਜਾਵੇ। ਜੀ ਇੱਕ ਫਲਾਈਂਗ ਸਕੁਐਡ ਦਾ ਨਿਰਮਾਣ ਕਰਨ ਜਾ ਰਹੀ ਹਾਂ, ਜਿਹਦੇ ਵਿੱਚ ਪੁਲਿਸ ਤੇ ਆਪਣੀ ਕਮੇਟੀ ਦੇ ਮੈਂਬਰਸ ਦੀ ਜੁਆਇੰਟ ਟੀਮ ਹੈਗੀ ਹੈ। ਇਹ ਜਗ੍ਹਾ ਜਗ੍ਹਾ ਤੇ ਅਵੇਅਰਨੈਸ ਵੀ ਸਪਰੈਡ ਕਰਨਗੇ ਤੇ ਇਨਸਪੈਕਟ ਵੀ ਕਰਨਗੇ। ਜੇ ਕਿਤੇ ਇਹਨਾਂ ਨੂੰ ਇੱਦਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਉਹਨੂੰ ਕਨਫਿਸਕੇਟ ਵੀ ਕਰਨਗੇ। मतलब ਜੇ ਕੋਈ ਕਿਤੇ ਚਾਈਨਾ ਡੋਰ ਵਿਕਦੀ ਹੈ, ਕੋਈ ਦਿੱਕਤ ਆਉਂਦੀ ਹੈ ਤਾਂ ਉਹਦਾ ਚਲਾਨ ਵੀ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਸੰਪਰਕ ਕਰਨਾ? ਜੀ ਉਹਨਾਂ ਨੂੰ ਸੰਪਰਕ ਕਰ ਲੈਣ। ਟੀਮ ਦੇ ਜਿਹੜੇ ਮੈਂਬਰ ਨੇ ਤੇ ਟੀਮ ਦੇ ਕੰਟੈਕਟ ਨੰਬਰਸ ਨੇ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਜਾਣਗੇ। ਟੀਮ ਮੈਂ ਹੁਣੇ ਥੋੜੀ ਦੇਰ ਤੱਕ ਤੁਹਾਡੇ ਨਾਲ ਕਨਵੇ ਕਰ ਦਿੱਤਾ ਜਾਏਗਾ ਕਿ ਆ ਟੀਮ ਮੈਂਬਰਸ ਨੇ, ਇਹਨਾਂ ਦੇ ਕੰਟੈਕਟ ਨੰਬਰਸ ਨੇ। ਥੈਂਕ ਯੂ ਮੈਮ। ਇਸ ਪ੍ਰਤੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਡੋਰ ਦੀ ਕੋਈ ਨਾ ਮਤਲਬ? ਜੀ ਚਾਈਨਾ ਡੋਰ ਬਹੁਤ ਹੀ ਘਾਤਕ ਹੈ ਜੀ ਸਾਡੇ ਬੱਚਿਆਂ ਲਈ, ਤੇ ਇਹਦਾ ਬਿਲਕੁਲ ਵੀ ਇਸਤੇਮਾਲ ਨਾ ਕੀਤਾ ਜਾਵੇ। ਜੇ ਅਸੀਂ ਖਰੀਦਾਂਗੇ ਨਹੀਂ ਤਾਂ ਕੋਈ ਵੇਚੇਗਾ ਨਹੀਂ, ਤੇ ਤਾਂ ਕਰਕੇ ਇਹਨੂੰ ਬਿਲਕੁਲ ਹੀ ਖਰੀਦਿਆ ਨਾ ਜਾਵੇ। ਤੇ ਜਿੱਥੇ ਵੀ ਤੁਹਾਨੂੰ ਕਿਤੇ ਇੱਦਾਂ ਦਾ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਵਿਕਰੀ ਹੈਗੀ ਹੈ, ਕਾਈਂਡਲੀ ਸਾਡੇ ਧਿਆਨ ਦੇ ਵਿੱਚ ਇਮੀਡੀਏਟਲੀ ਲਿਆਇਆ ਜਾਵੇ। ਆਪਣੇ ਯੂਥ ਦੇ ਕਲੱਬ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਅੱਜ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਚਾਈਨਾ ਡੋਰ ਦੇ ਸੰਬੰਧ ਦੇ ਵਿੱਚ। ਜਿਹੜੀ ਚਾਈਨਾ ਡੋਰ ਆ ਇਹ ਸਰੇਆਮ ਆਪਣੇ ਵਿਕਰੀ ਆ, ਜਿਹਤੇ
ਜਾਂ ਪਾਬੰਦੀ ਲੱਗੀ ਹੋਈ ਆ, ਪਾਬੰਦੀ ਲੱਗਣ ਦੇ ਬਾਵਜੂਦ ਵੀ ਸਰੇਆਮ ਬਾਜ਼ਾਰਾਂ 'ਚ ਵਿਕ ਰਹੀ ਆ, ਜਿਹਦੇ ਨਾਲ ਰਾਹੀਆਂ ਦੇ ਬਹੁਤ ਨੁਕਸਾਨ ਹੁੰਦੇ ਨੇ। ਕਿਸੇ ਦਾ ਗਲਾ ਕੱਟਿਆ ਜਾਂਦਾ, ਕਿਸੇ ਦਾ ਫੇਸ ਕੱਟਿਆ ਜਾਂਦਾ, ਬੱਚਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ। ਤਾਂ ਇਸ ਦੇ ਸੰਬੰਧ 'ਚ ਨਾਭਾ ਦੇ ਵਿੱਚ ਸਰੇਆਮ ਵਿਕਦੀ ਆ। ਅਸੀਂ ਮੈਡਮ ਮੰਗ ਪੱਤਰ ਦਿੱਤਾ ਵੀ ਇਸ 'ਤੇ ਰੋਕ ਲਾਈ ਜਾਵੇ। ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਅਹੁਦਾ ਲੈਂਦਿਆਂ ਅੱਜ ਆਸ਼ਿਕਾ ਜੈਨ IAS ਨੇ ਜ਼ਿਲ੍ਹਾ SAS ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਆਸ਼ਿਕਾ ਜੈਨ 2015 ਬੈਚ ਦੇ ਅਧਿਕਾਰੀ ਹਨ ਅਤੇ ਪਹਿਲਾਂ 2020 ਵਿੱਚ ਮੋਹਾਲੀ ਦੇ ਵਧੇਕ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹਨਾਂ ਜ਼ਿਲ੍ਹੇ ਦੇ DC ਵਜੋਂ ਅਹੁਦਾ ਸੰਭਾਲਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਦੇ ਚੌਪੱਖੀ ਵਿਕਾਸ ਨੂੰ ਪਹਿਲ ਦੇਣਗੇ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਂਜੀ ਰੋਲ ਮੈਮ, ਸਰਕਾਰ ਨੇ ਮੋਹਾਲੀ ਨੂੰ ਨਵੇਂ ਸਾਲ ਦੇ ਵਿੱਚ ਨਵਾਂ ਡਿਪਟੀ ਕਮਿਸ਼ਨਰ ਦਿੱਤਾ ਹੈ। ਤੁਸੀਂ ਪਹਿਲਾਂ ਵੀ ਇੱਥੇ ਰਹਿ ਕੇ ਗਏ ਹੋ ਤੇ ਕੀ ਤੁਹਾਡੀਆਂ ਪ੍ਰਾਇੋਰਟੀਆਂ ਰਹਿਣਗੀਆਂ, ਜਿਵੇਂ ਕਿ ਤੁਸੀਂ ਸਾਰਾ ਜਾਣਦੇ ਹੋ ਇਲਾਕੇ ਬਾਰੇ? ਦੇਖिए बिल्कुल तुसी सही कहा। मैं 2020 'ਚ ਇੱਥੇ ਕੋਵਿਡ ਦੇ ਵੇਲੇ ਵੀ ਕੰਮ ਕੀਤਾ ਹੈ। ਉਸ ਤੋਂ ਬਾਅਦ ਅਸੀਂ ਐਜ਼ ADC ਜਨਰਲ ADC ਡਿਵੈਲਪਮੈਂਟ ਮੈਂ ਇੱਥੇ ਪੋਸਟਡ ਰਹੀ ਹਾਂ। ਮੋਹਾਲੀ ਨੂੰ ਇੱਕ ਵਰਲਡ ਕਲਾਸ ਸਿਟੀ ਬਣਾਉਣ ਦਾ ਜਿਹੜਾ ਸੁਪਨਾ ਹੈ, ਉਹ ਉਸ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਇਨਫਰਾਸਟ੍ਰਕਚਰ ਡਿਵੈਲਪਮੈਂਟ 'ਤੇ ਫੋਕਸ ਰੱਖੀਏ। ਜਿੱਥੇ ਇੱਥੇ ਰੀਅਲ ਏਸਟੇਟ ਦਾ ਹੱਬ ਹੈ, IT ਦਾ ਹੱਬ ਬਣਨਾ ਚਾਹੀਦਾ ਹੈ, ਫਿਲਮ ਸਿਟੀ ਇੱਥੇ ਆਉਣਾ ਚਾਹੀਦਾ ਹੈ। ਸਰਕਾਰ ਵੱਲੋਂ ਇਹ ਵੀ ਪ੍ਰੋਮਿਸ ਕੀਤਾ ਹੋਇਆ ਹੈ ਕਿ ਅਸੀਂ ਸਕੂਲਸ ਤੇ ਹੈਲਥ ਇੰਸਟੀਟਿਊਸ਼ਨਸ 'ਤੇ ਫੋਕਸ ਰੱਖਾਂਗੇ ਤਾਂ ਕਿ ਲੋਕਾਂ ਨੂੰ, ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ, ਉਹਨਾਂ ਦਾ ਫਿਊਚਰ ਸੁਨਹਿਰਾ ਹੋ ਸਕੇ। ਅਤੇ ਹੈਲਥ ਹੌਸਪੀਟਲਸ, ਮੈਡੀਕਲ ਫੈਸਿਲਿਟੀਜ਼ ਮੋਹਾਲੀ 'ਚ ਆਲਰੇਡੀ ਪ੍ਰਾਈਵੇਟ ਸੈਕਟਰ 'ਚ ਬਹੁਤ ਵਧੀਆ ਨੇ। ਇੱਕ ਨਵਾਂ ਮੈਡੀਕਲ ਕਾਲਜ ਵੀ ਇੱਥੇ ਬਣਨ ਜਾ ਰਿਹਾ ਹੈ ਅਤੇ ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਦੀ ਸਿਹਤ ਵਾਸਤੇ ਜਿਹੜਾ ਵੀ ਸਰਕਾਰ ਵੱਲੋਂ ਫੈਸਿਲਿਟੀਜ਼ ਜਿਹੜੀ ਦੇਣੀ ਚਾਹੀਦੀ ਹੈ ਉਹ ਵੀ ਪ੍ਰੋਪਰਲੀ ਦਿੱਤੀਆਂ ਜਾਣ, ਅਤੇ ਉਸ 'ਤੇ ਸਾਡਾ ਫੋਕਸ ਸਭ ਤੋਂ ਪਹਿਲਾਂ ਰਹੇਗਾ। ਉਸ ਤੋਂ ਇਲਾਵਾ ਜਿਹੜੇ ਪਬਲਿਕ ਦੀ ਡੇਲੀ ਸਰਵਿਸ ਡਿਲੀਵਰੀ ਹੈ, ਭਾਵੇਂ ਉਹ ਰਜਿਸਟਰੀਆਂ ਹੋਣ, ਭਾਵੇਂ ਕਿਸੇ ਵੀ ਕੰਮ ਵਾਸਤੇ ਪਬਲਿਕ ਨੂੰ ਜਦੋਂ ਸਰਕਾਰੀ ਦਫ਼ਤਰ ਆਉਣਾ ਹੁੰਦਾ ਤੇ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਦੀ ਇਮਦਾਦ ਕੀਤੀ ਜਾਵੇ ਤਾਂ ਕਿ ਵਿਦਆਊਟ ਐਨੀ ਹੈਸਲ ਉਹਨਾਂ ਨੂੰ ਸਰਕਾਰੀ ਸੇਵਾਵਾਂ ਜਿਹੜੀਆਂ ਹੈ ਉਹ ਲੈ ਸਕਣ ਅਤੇ ਆਪਦੇ ਹੱਕ ਵਾਸਤੇ ਉਹਨਾਂ ਨੂੰ ਕਿਸੇ ਵੀ ਖੇਜਲ ਖੁਆਰ ਨਾ ਹੋਣਾ ਪਏ। ਅੱਛਾ ਮੈਮ, ਇੱਥੇ ਨਾ 2-3 ਜਿਹੜੀਆਂ ਹੈਗੀਆਂ ਨੇ ਮੇਜਰ ਪ੍ਰੋਬਲਮਸ ਹੈਗੀਆਂ ਨੇ। ਇੱਕ ਤਾਂ ਜਿਵੇਂ ਇਨਲੀਗਲ ਜਿਹੜੇ ਹੈਗੇ ਨੇ, ਇਮੀਗ੍ਰੇਸ਼ਨ ਦਾ ਜਿਹੜਾ ਹੈਗਾ ਧੰਦਾ ਕਾਫੀ ਚੱਲ ਰਿਹਾ ਹੈ, ਅਤੇ ਇੱਕ ਐਨਕਰੋਚਮੈਂਟ ਦਾ ਬਹੁਤ ਜ਼ਿਆਦਾ ਇੱਥੇ ਹੈਗਾ ਵੀ, ਉਸ ਨੂੰ ਕਿਵੇਂ ਜਿਹੜਾ ਹੈਗਾ ਕਰੋਗੇ? ਦੇਖिए ਇਮੀਗ੍ਰੇਸ਼ਨ ਦੇ ਉੱਤੇ ਆਲਰੇਡੀ ਇੱਕ ਕਾਨੂੰਨ ਬਣਿਆ ਹੋਇਆ ਹੈ, ਉਹਦੀ ਇੰਪਲੀਮੈਂਟੇਸ਼ਨ ਅਸੀਂ ਪੂਰੀ ਤਰ੍ਹਾਂ ਕਰਾਂਗੇ। ਸਟ੍ਰਿਕਟ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਇਨਜਸਟਿਸ ਨਾ ਹੋਵੇ। ਅੱਛਾ, ਇੱਕ ਇੱਥੇ ਆਪਣੇ ਨੇੜੇ ਜੀ ਬਿਲਕੁਲ ਮੋਹਾਲੀ ਦੇ ਚੱਪੜਚਿੜੀ ਦਾ ਬਹੁਤ ਵੱਡਾ ਇਤਿਹਾਸ ਹੈ ਅਤੇ ਸਿੱਖਾਂ ਨਾਲ ਜੁੜਿਆ ਹੋਇਆ ਹੈਗਾ, ਅਤੇ ਉੱਥੇ ਜਿਹੜੀ ਹੈਗੀ ਹੈ ਜੀ ਏਡੀ ਵੱਡੀ ਇਮਾਰਤ ਜਿਹੜੀ ਹੈਗੀ ਆ ਬਣੀ ਹੋਈ ਹੈ, ਫਤਿਹ ਮਨਾਰ ਬਣੀ ਹੋਈ ਹੈ, ਲੇਕਿਨ ਅਜੇ ਤੱਕ ਲਿਫਟ ਜਿਹੜੀ ਹੈਗੀ ਹੈ ਉਹ ਨਹੀਂ ਜੁੜੀ ਹੋਈ। ਲਿਫਟ ਖਰੀਦੀ ਵੀ ਗਈ ਹੋਈ ਹੈਗੀ ਹੈ ਅਤੇ ਉਹਦੀ ਜਿਹੜੀ ਹੈਗੀ ਆ ਸਾਂਭ ਸੰਭਾਲ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ। ਬਿਲਕੁਲ ਇੱਕ ਇੰਪੋਰਟੈਂਟ ਹੈਰੀਟੇਜ ਮੋਨੂਮੈਂਟ ਸਾਡੇ ਵਾਸਤੇ ਹੈ ਅਤੇ ਅਸੀਂ ਪੂਰੀ ਤਰ੍ਹਾਂ ਇਨਸ਼ੋਰ ਕਰਾਂਗੇ ਕਿ ਉਸ ਨੂੰ ਚੰਗੀ ਤਰ੍ਹਾਂ ਚਲਾਉਣ ਲਈ, ਲੋਕਾਂ ਨੂੰ ਉਹਦੇ ਬਾਰੇ ਅਵੇਅਰ ਕਰਨ ਲਈ ਜਿਹੜੀ ਵੀ ਜ਼ਰੂਰਤਾਂ ਹੈਗੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਮੈਮ, ਟੈਰਰਿਸਟ ਅਟੈਕ ਦਾ ਫਿਰ ਤੋਂ ਅਲਰਟ ਆਇਆ ਪੰਜਾਬ ਦੇ ਵਿੱਚ, ਉਹਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ? ਦੇਖिए ਉਹ ਇੰਟੈਲੀਜੈਂਸ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਜਿਹੜਾ ਵੀ ਮੋਹਾਲੀ ਜ਼ਿਲ੍ਹੇ ਵਾਸਤੇ ਲੋੜੀਂਦਾ ਪ੍ਰਬੰਧ ਹੋਏਗਾ ਉਹ ਕੀਤਾ ਜਾਵੇਗਾ। ਨਾਭਾ ਸਦਰ ਪੁਲਿਸ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ ਤੇ ਨਾਭਾ ਦੇ ਅਲਹੋਰਾ ਗੇਟ ਕਲੋਨੀ ਨਜ਼ਦੀਕ ਰਣਬੀਰ ਸਿੰਘ ਨਾਮ ਦਾ ਵਿਅਕਤੀ ਆਪਣੇ ਘਰ ਸੈਕਸ ਰੈਕਟ ਦਾ ਧੰਦਾ ਚਲਾਉਂਦਾ ਸੀ, ਜਿਨ੍ਹਾਂ ਵਿੱਚ ਪੁਲਿਸ ਨੇ 3 ਔਰਤਾਂ ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਮੋਟਰਸਾਈਕਲ, 2 ਸਕੂਟਰੀਆਂ ਤੇ 2 ਪਾਸਪੋਰਟ ਤੇ 10 ਆਧਾਰ ਕਾਰਡ ਦੇ ਨੰਬਰਦਾਰੀ ਦੇ ਕਾਰਡ ਬਰਾਮਦ ਕੀਤੇ ਹਨ, ਜੋ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੁਲਾ ਕੇ ਬਲੈਕਮੇਲ ਕਰਦੇ ਸਨ ਤੇ ਕਿਸੇ ਤੋਂ 50,000 ਤੇ ਕਿਸੇ ਤੋਂ ਲੱਖ ਰੁਪਏ ਜ਼ਬਰਦਸਤੀ ਲੈਂਦੇ ਸਨ। ਤੁਹਾਨੂੰ ਪਤਾ ਵੀ ਮਾਨਯੋਗ SAP ਵਰਨ ਸ਼ਰਮਾ ਜੀ ਪਟਿਆਲਾ ਵੱਲੋਂ ਸਖਤ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਜ਼ਿਲ੍ਹੇ ਵਿੱਚ ਮਾੜਾ ਅਨਸਰ ਆ ਉਹਨੂੰ ਸਿਰ ਨਹੀਂ ਚੱਕਣ ਦੇਣਾ। ਇਸੇ ਜਿੱਦਾਂ ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਅਸੀਂ ਨਸ਼ੇ ਦੇ ਖਿਲਾਫ ਵੀ ਕਾਫੀ ਜਿਹੜਾ ਕੰਮ ਕਰਿਆ ਅਤੇ ਉਸ ਦੇ ਮਾੜੇ ਅਨਸਰਾਂ ਦੀ ਜਿਹੜੀ ਆ ਉਹਨਾਂ ਦੇ ਖਿਲਾਫ ਐਕਸ਼ਨ ਦੇ ਜਿਹੜਾ ਟਾਈਮ ਦੇ ਸਿਸਟਮ 'ਚ
ਕੱਲ SHO ਸਦਰ ਗੁਰਪ੍ਰੀਤ ਭਿੰਡਰ ਜੋ ਕਿ ਅਲਹੋਰਾਂ ਵੱਲ ਗਸ਼ਤ ਵਗੈਰਾ 'ਤੇ ਸੀ, ਅਤੇ ਉਹਨਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇੱਕ ਗੈਂਗ ਹੈ ਇਲਾਕੇ ਦੇ ਵਿੱਚ ਜੋ ਕਿ ਭੋਲੇ ਭਾਲੇ ਆਪਣਾ ਬੰਦਿਆਂ ਨੂੰ ਪਹਿਲਾਂ ਸੈਕਸ ਦਾ ਲਾਲਚ ਦੇ ਕੇ ਜਾਂ ਲੜਕੀ ਨੂੰ ਮਿਲਾਉਣ ਦਾ ਆਪਣਾ ਲਾਲਚ ਦੇ ਕੇ ਇੱਕ ਕੋਠੀ ਵਿੱਚ ਬੁਲਾ ਲੈਂਦੇ ਸੀਗੇ, ਅਤੇ ਕੋਠੀ 'ਚ ਬੁਲਾ ਕੇ ਅਤੇ ਉਹਦੀ ਮੇਨ ਗੱਲ ਇਹ ਸੀ ਵੀ ਅੰਦਰ ਉਹਨਾਂ ਦੀਆਂ ਜਿਹੜੀਆਂ ਕੁੰਡੀਆਂ ਨਹੀਂ ਲੱਗੀਆਂ ਹੁੰਦੀਆਂ ਸੀ, ਕੁੰਡੀਆਂ ਉਹਨਾਂ ਨੇ ਪਹਿਲਾਂ ਆਲਰੇਡੀ ਪੱਟੀਆਂ ਹੋਈਆਂ ਸੀਗੀਆਂ। ਜਦੋਂ ਜਿਹੜਾ ਆਮ ਬੰਦਾ ਜਦੋਂ ਅੰਦਰ ਜਾ ਕੇ ਜਿਹੜੀ ਲੜਕੀ ਬੈਠੀ ਹੁੰਦੀ ਸੀਗੀ ਉਹ ਨਾਲ ਕੋਈ ਗਲਤ ਸੈਕਸ ਵਗੈਰਾ ਕੋਈ ਕਰਦੇ ਹੁੰਦੇ ਤਾਂ ਮੌਕੇ ਦੇ ਉੱਤੇ ਆਪਣਾ ਉਹ ਕੋਡ ਰੱਖਿਆ ਹੁੰਦਾ ਸੀ, ਤਾਂ ਅੰਦਰੋਂ ਬਾਹਰੋਂ ਇੱਕਦਮ ਜਿਹੜੀ ਘਰ ਦੀ ਮਾਲਕਣ ਬਣੀ ਹੁੰਦੀ ਸੀਗੀ ਉਹ, ਅਤੇ ਜਿਹੜਾ ਘਰ ਦਾ ਮਾਲਕ ਬਣਿਆ ਹੋਇਆ ਸੀਗਾ ਉਹ ਆਪਣਾ ਵੀਡੀਓ ਅੰਦਰ ਵੜ ਕੇ ਇੱਕਦਮ ਵੀਡੀਓ ਬਣਾਉਣੀ ਸ਼ੁਰੂ ਕਰਨੀ, ਅਤੇ ਉਹਦੇ ਨਾਲ ਜਿਹੜੇ ਵਿਅਕਤੀ ਨਾਲ ਕੁੱਟਮਾਰ ਕਰਦੇ ਸੀ। ਅਤੇ ਉਹ ਜਦੋਂ ਵਿਅਕਤੀ ਡਰ ਜਾਂਦਾ ਸੀਗਾ ਤਾਂ ਉਹਨੂੰ ਫਿਰ ਬਲੈਕਮੇਲ ਕਰਦੇ ਸੀ ਵੀ ਜਾਂ ਮੌਕੇ 'ਤੇ ਸਾਡੇ ਜਿਹੜਾ ਅਕਾਊਂਟ ਵਿੱਚ ਇੰਨੇ ਪੈਸੇ ਪਾ, ਉਹਦੀਆਂ ਸਾਡੇ ਕੋਲ ਬਕਾਇਦਾ ਵੀਡੀਓ ਵੀ ਹੈਗੀਆਂ, ਜਦੋਂ ਅੰਦਰ ਵੜਦੇ ਵੀ ਹਾਂ, ਜਦੋਂ ਉਹਨੂੰ ਧਮਕਾਉਂਦੇ ਵੀ ਹਾਂ, ਕੁੱਟਮਾਰ ਵੀ ਕਰਦੇ ਹਾਂ, ਅਤੇ ਜਦੋਂ ਉਹਨਾਂ ਨੂੰ ਪੈਸੇ ਟ੍ਰਾਂਸਫਰ ਵੀ ਕਰਦੇ ਹਾਂ। ਇਹਦੇ ਸੰਬੰਧ ਵਿੱਚ ਫਿਰ SHO ਸਾਹਿਬ ਨੇ ਮੁਕੱਦਮਾ ਨੰਬਰ 5 ਅੰਡਰ ਸੈਕਸ਼ਨ 384, 342, 420, 467, 68, 71 IPC ਥਾਣਾ ਸਦਰ ਵਿਖੇ ਦਰਜ ਕੀਤਾ। ਕਿੰਨੇ ਲੇਡੀਜ਼ ਨੇ ਤੇ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ? ਜਿਹੜੇ ਫਿਲਹਾਲ ਹੁਣ ਅਸੀਂ ਗ੍ਰਿਫਤਾਰ ਕੀਤੇ ਆ ਉਹਦੇ ਵਿੱਚ ਇੱਕ ਜਿਹੜਾ ਮੇਨ ਸਰਗਨਾ ਹੈਗਾ ਰਣਵੀਰ ਸਿੰਘ ਉਰਫ ਰਾਣਾ ਹੈਗਾ ਵਾ, ਅਤੇ ਉਹਦੇ ਨਾਲ ਹਰਵਿੰਦਰ ਸਿੰਘ ਰਿੰਕੂ ਹੈ, ਗੁਰਜੀਤ ਕੌਰ ਹੈ, ਗਗਨਦੀਪ ਕੌਰ ਹੈ ਅਤੇ ਸੀਮਾ ਰਾਣੀ ਹੈ। ਇਹ ਅਸੀਂ ਫਿਲਹਾਲ 5 ਜਿਹੜੇ ਦੋਸ਼ੀ ਨੇ ਅਸੀਂ ਕੱਲ੍ਹ ਕੋਠੀ ਵਿੱਚੋਂ ਗ੍ਰਿਫਤਾਰ ਕਰ ਲਏ ਨੇ। ਬਟਾਲਾ ਦੇ ਪਹਾੜੀ ਗੇਟ ਚੌਂਕ ਵਿੱਚ ਸ਼ਾਮੀ ਕਰੀਬ 9 ਵਜੇ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ। ਮਿਲੀ ਜਾਣਕਾਰੀ ਅਨੁਸਾਰ ਪਹਾੜੀ ਗੇਟ ਵਿੱਚ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਰਾਜਪਾਲ ਦੇ ਪਰਿਵਾਰਕ ਮੈਂਬਰ ਤੇ ਗੋਲੀ ਚੱਲੀ, ਜਿਸ ਤੋਂ ਬਾਅਦ ਕੁਝ ਨੌਜਵਾਨ ਫਰਾਰ ਹੋ ਗਏ, ਪਰ ਇੱਕ ਨੌਜਵਾਨ ਜਿਸ ਨੇ ਗੋਲੀ ਚਲਾਈ ਉਹ ਰਾਜਪਾਲ ਸਬਜ਼ੀ ਵਾਲੇ ਦੇ ਘਰ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ, ਜੋ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ। ਸਿਰ ਉੱਤੇ ਨਾ ਤਾਂ ਕੋਈ ਪਗੜੀ ਹੈ ਤੇ ਨਾ ਹੀ ਕੋਈ ਪਰਨਾ ਸੀ, ਜਿਸ ਨੂੰ ਪੁਲਿਸ ਨੇ ਆਪਣੀ ਸਰਕਾਰੀ ਗੱਡੀ ਵਿੱਚ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਮੇਰਾ ਨਾਮ ਆਕਾਸ਼ਦੀਪ ਸਿੰਘ ਹੈ। ਦੱਸੋ ਕੀ ਹੈ? ਥੱਲੇ ਕਰ ਲਓ ਭਾਜੀ, ਕੋਈ ਪਤਾ ਨਹੀਂ ਹੁੰਦਾ। ਤੇ ਆਪਾਂ ਬਾਹਰ ਖੜੇ ਸੀ, ਮੈਂ ਆਪਣੇ ਮਾਮਾ ਜੀ ਦੇ ਨਾਲ ਗੱਡੀ 'ਚ, ਤੇ ਆਪਾਂ ਗੱਡੀ ਕੱਢਣ ਗਏ ਆ ਤੇ ਬਲੈਰੋ ਗੱਡੀ ਆਈ ਏ, ਵਿੱਚ 5 ਮੁੰਡੇ ਸਨ, ਠੀਕ ਹੈ, ਤੇ ਉਹਨਾਂ ਨੇ ਕੱਢ ਕੇ ਬਾਹਰ ਆ ਵੀਰ ਨੇ ਮੇਰਾ ਗੁੱਟ ਫੜਿਆ, ਕਹਿੰਦਾ ਤੂੰ ਸਾਡਾ ਰਾਹ ਰੋਕਿਆ ਹੈ। ਇਹ ਕੋਈ ਪਿਛਲੀ ਇਹਨਾਂ ਦੀ ਸਾਡੀ ਨਾਲ ਰੰਜਿਸ਼ ਚੱਲਣ ਦੀ, ਤੇ ਇਹਨੇ ਕਿਹਾ ਮੁੰਡਾ ਕਹਿੰਦਾ ਤੂੰ ਸਾਡਾ ਰਾਹ ਰੋਕਿਆ, ਤੇ ਮੇਰੇ ਕੱਢ ਕੇ ਪੈਰਾਂ ਦੇ ਵਿੱਚ ਫੈਰ ਮਾਰੇ ਨੇ 2, ਠੀਕ ਹੈ। ਫਿਰ ਇਹ ਸਾਡੇ ਮਗਰ ਦੌੜਿਆ, ਫੈਰ ਕੱਢਦਾ, ਅਸੀਂ ਫਿਰ ਇਹਨਾਂ ਨੂੰ ਘਰ ਤੱਕ ਆਇਆ, ਇਹਨੂੰ ਫਿਰ ਇੱਥੇ ਆਣ ਕੇ ਕਾਬੂ ਕੀਤਾ। ਬੜੇ ਧੱਕੇ ਨਾਲ ਪਿਸਟਲ ਖੋਇਆ ਇਹਦੇ ਕੋਲ ਭਾਜੀ, 2 ਫੈਰ ਬੜੇ ਧੱਕੇ ਨਾਲ ਇਹਦੇ ਕੋਲ ਪਿਸਟਲ ਖੋਇਆ, ਇਹਨੇ 2 ਫੈਰ ਕੀਤੇ। ਜੇ ਪਰਮਾਤਮਾ ਹਾਲਾਤ ਕਿੰਨੇ ਕੀਤੇ? ਇਹਦੇ ਹਾਲਾਤ ਇਹਨੂੰ ਫੜ ਕੇ ਕੀਤਾ ਹੈ, ਇਹਨੂੰ ਖਿੱਚ ਕੇ ਲਿਆਂਦਾ, ਇਹਨੂੰ ਖਿੱਚ ਕੇ ਲਿਆਂਦਾ। ਜੇ ਨਾ ਆਪਾਂ ਇਹਨੂੰ ਫੜੀਏ ਤੇ ਇਹਦਾ ਮਤਲਬ ਇਹ ਸਾਨੂੰ ਸਾਡੀ ਜਾਨ ਗਵਾ ਬੈਠੀ ਆਪਾਂ ਆਪਣੀ। ਇਹਦਾ ਇਹ ਹਾਲਾਤ ਆਪਾਂ ਨਹੀਂ ਕੀਤਾ, ਇਹਨੇ ਆਪਣਾ ਜਾਨ ਬਚ ਕੇ ਹਾਲਾਤ ਇਹ ਕਰਵਾਇਆ ਹੈ। ਘਰ ਹੈਗਾ ਉਹਦੇ ਨਾਲ ਕੇਸ ਚੱਲਦਾ ਪਿਆ, ਅੰਡਰ ਪ੍ਰੋਸੀਡਿੰਗ ਹੈਗੀ। ਉਹਦੀ ਰੰਜਿਸ਼ ਦੇ ਵਿੱਚ ਇਹਨਾਂ ਬੰਦਿਆਂ ਦਾ ਰੋਜ਼ ਹੀ ਸਾਡੇ ਉੱਤੇ ਕੋਈ ਨਾ ਕੋਈ ਹਮਲਾ ਹੁੰਦਾ, ਪਰ ਅਸੀਂ ਅਵਾਇਡ ਕਰ ਜਾਂਦੇ ਹਾਂ, ਅਸੀਂ ਝਗੜਾ ਨਹੀਂ ਕਰਦੇ, ਠੀਕ ਹੈ। ਇਹਨਾਂ ਨੇ ਅੱਜ ਮੌਕਾ ਪਾ ਕੇ ਬਾਹਰੋਂ ਬੰਦੇ ਬੁਲਾ ਕੇ ਸਾਡੇ ਨਿਆਣਿਆਂ ਨੂੰ ਉੱਥੇ ਪਹਿਲਾਂ ਤੋਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ। ਫਿਰ ਉਹਨੂੰ ਆਂਦੇ ਥੱਲੇ ਉੱਤਰ, ਮੈਂ ਉੱਥੇ ਜਾ ਕੇ ਤੇ ਮੈਂ ਆਪਣੇ ਬੱਚਿਆਂ ਨੂੰ ਆਖਿਆ ਵੀ ਤੁਸੀਂ ਯਾਰ ਘਰ ਆ ਜਾਓ, ਇਹਨਾਂ ਦੇ ਨਾਲ ਹੀ ਲੜਾਈ ਝਗੜਾ ਨਹੀਂ ਕਰਨਾ। ਬਸ ਮੇਰੇ ਉਹ ਬੱਚਿਆਂ ਨੇ ਬੂਹਾ ਖੋਲ੍ਹਣ ਦੀ ਦੇਰ ਇਹਨਾਂ ਅੰਦਰ ਜਾ ਕੇ ਉਹਨਾਂ ਨੂੰ ਕੁੱਟ ਕੱਢਿਆ। ਹੁਣ ਕੀ ਹੋਇਆ ਇੱਥੇ? ਹੁਣ ਇਹ ਤਾਂ ਉਹ ਅਸੀਂ ਪੁਲਿਸ ਨੂੰ ਲੈਣ ਗਏ ਆ, ਪੁਲਿਸ ਨੂੰ ਕਹਿਣ ਗਏ ਆ ਭਰਾ ਸਾਨੂੰ ਜੂਨ ਜਾਣ ਦਿਓ, ਸਾਨੂੰ ਘਰ ਵਾੜ ਦਿਓ, ਸਾਨੂੰ ਘਰ ਨਹੀਂ ਵੜਨ ਦਿੰਦੇ, ਠੀਕ ਹੈ ਜੀ। ਉਹ ਗੱਲ ਆਈ ਪੁਲਿਸ ਵਾਲੇ ਸਾਨੂੰ ਘਰ ਵਾੜ ਕੇ ਗਏ ਨੇ, ਠੀਕ ਹੈ ਜੀ। ਉਹ ਰਾਹ ਦੇ ਵਿੱਚ ਅਸੀਂ ਹੁਣ ਰਹੇ ਆ ਤੇ ਰਸਤੇ ਦੇ ਵਿੱਚ ਹੀ ਆਹ ਕੰਮ ਸ਼ੁਰੂ ਹੋ ਗਿਆ। ਕੀ ਹੋਇਆ ਹੈ ਕਿ ਆਹ ਮੁੰਡੇ ਮੇਰੇ ਬੱਚੇ ਮੇਰੇ ਆ ਛੋਟੇ ਜਿਹੜੇ ਨਾ ਆਪਣੇ ਭਤੀਜੇ ਮੇਰੇ ਨਾਲ ਨੇ, ਇਹਨਾਂ ਨੂੰ ਇਹ ਖਲੋਤੇ ਨੇ ਨਿਊਡਲ ਵਾਲੇ ਬਰਗਰ ਵਾਲਿਆਂ ਕੋਲੋਂ। ਬਸ ਉਹ ਅਸੀਂ ਤੁਰੇ ਆਉਂਦੇ ਹਾਂ ਤੇ ਨਿਊਡਲ ਬਰਗਰ ਫੜਨਾ ਭੈਣ ਚ ਤੁਹਾਨੂੰ ਪਿੱਛੇ ਹੀ ਉਹ ਬੰਦੇ ਨੇ ਜਿਹੜੇ ਬੰਦਿਆਂ ਨਾਲ ਮਕਾਨ ਤੋਂ ਜਗ੍ਹਾ ਤੋਂ ਝਗੜਾ ਨਾਲ ਉਹ ਵੀ ਵੇਚੀ ਨੇ। ਉਹਨਾਂ ਨੇ ਕਿਹਾ ਵੀ ਆਹ ਜਿਹਨੂੰ ਜਾਣ ਨਾ ਦਿਓ, ਠੀਕ ਹੈ ਜੀ। ਆਹ ਜਿਹੜਾ ਫੜਿਆ ਮੁੰਡਾ ਹੈ, ਇਸ ਮੁੰਡੇ ਨੇ ਮੇਰੇ ਸਾਹਮਣੇ ਦੀ ਗੱਲ ਹੈ, ਮੈਂ ਇਹਨੂੰ ਫੜਦਾ ਰਹਿ ਗਿਆ, ਇਸ ਮੁੰਡੇ ਨੇ ਗੋਲੀ ਚਲਾਈ ਹੈ ਅਜੇ ਵੀ ਖੈਰ। ਇੱਕ ਇਹਦੇ ਨਾਲ ਹੋਰ ਹੈਪੀ ਮੁੰਡਾ ਜੇ, ਉਹਨੇ ਵੀ ਗੋਲੀ ਚਲਾਈ ਹੈ, ਪਰ ਅਸੀਂ ਬਾਲ ਬਚ ਗਏ ਹਾਂ। ਇਹ ਮੁੜ ਕੇ ਅਸੀਂ ਐਂ ਨੂੰ ਭੱਜੇ ਹਾਂ ਆਪਣੇ ਘਰ ਨੂੰ, ਇਹ ਭੱਜਿਆ ਹੀ ਸਾਡੇ ਮਗਰ ਆ ਰਿਹਾ। ਅਸੀਂ ਤਾਂ ਮੌਕੇ ਤੋਂ ਹੁਣੇ ਪੁੱਜੇ, ਤੁਹਾਨੂੰ ਪਤਾ ਹੀ ਹੈ। ਅੱਛਾ ਜੀ। ਇਹ ਬੰਦਾ ਬੇਹੋਸ਼ ਹੈ ਤੇ ਇਹਨੇ ਕਹਿੰਦੇ ਫਾਇਰ ਕੀਤੇ ਆ 3-4। ਅੱਛਾ ਜੀ। ਤੇ ਕੋਈ ਪਿਸਟਲ ਬਰਾਮਦ ਹੋਈ ਹੈ। ਅੱਛਾ ਜੀ।
ਤੇ ਐਸਐਸਪੀ ਸਾਹਿਬ ਦਾ ਹੁਕਮ ਕਹਿੰਦੇ ਐਡਮਿਟ ਕਰਾਓ ਕਿ ਬੰਦਾ ਮੌਕੇ ਤੇ ਮਰਨਾ ਜਾਏਗਾ। ਜਿਹੜੀ ਤਫਤੀਸ਼ ਦਾ ਕੰਮ ਬਾਕੀ ਜੋ ਸਾਹਮਣੇ ਤੱਥ ਆਉਣਗੇ ਉਹਦੇ ਮੁਤਾਬਿਕ ਜਿਹੜੀ ਕਾਰਵਾਈ ਕੀਤੀ ਜਾਏਗੀ। ਇਹ ਐਸੇ ਰਾਓ ਬਰਿੰਦਰ ਸਿੰਘ। ਰਾਮਰਿੰਦਰ ਜੀ ਇਸ ਵੇਲੇ ਕੀ ਹਾਲਾਤ ਨੇ ਇਸ ਬੰਦੇ ਐਸੇ ਜੋ ਹਾਲਾਤ ਹੈਗੇ ਆ ਆਪਾਂ ਨੂੰ ਜਿਹੜਾ ਜਿਨ੍ਹਾਂ ਦੇ ਘਰ ਜਿਹੜੇ ਇੰਸੀਡੈਂਟ ਆਇਆ ਉਹਨਾਂ ਸਾਨੂੰ ਕਿਹਾ ਵੀ ਇਦਾਂ ਸਾਡੇ ਘਰ ਗੋਲੀ ਲੱਗੀ ਹੈ ਤੇ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਪੁੱਜੀ ਹੈ ਉਹਨਾਂ ਪੁਲਿਸ ਪਾਰਟੀ ਨੇ ਦੇਖਿਆ ਵੀ ਇਹ ਆਪਣੇ ਬੰਦੇ ਨੇ ਜਿਹੜਾ ਪੇਸ਼ੈਂਟ ਨੂੰ ਆਪਣੇ ਸੱਟ ਲੱਗੀ ਆ ਬੇਹੋਸ਼ੀ ਦੀ ਹਾਲਤ ਹੈਗਾ ਉਹਨੂੰ ਲੈ ਕੇ ਇਹਨੂੰ ਪੇਸ਼ੈਂਟ ਦਾਖਲ ਕਰਾ ਰਹੇ ਆ ਤੇ ਬਾਕੀ ਅਗਾਂਹ ਜੋ ਇਹ ਸਾਹਮਣੇ ਤੱਥ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੇ ਪੰਜਾਬ ਭਰ ਵਿੱਚ ਚੱਲ ਰਹੇ ਡੀਸੀ ਦਫ਼ਤਰਾਂ ਅੱਗੇ ਅਤੇ ਟੋਲ ਪਲਾਜ਼ੇ ਦੇ ਪੱਕੇ ਮੋਰਚੇ ਨੂੰ ਚੁੱਕ ਕੇ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 26 ਜਨਵਰੀ ਨੂੰ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ ਤੇ 29 ਜਨਵਰੀ ਨੂੰ 3 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੋ ਸਾਡੇ ਜਿਹੜੇ ਡੀਸੀ ਦਫ਼ਤਰਾਂ ਅੱਗੇ ਜਿਹੜੇ ਪੱਕੇ ਮੋਰਚੇ ਲੱਗੇ ਹੋਏ ਆ, ਅੱਜ ਜਿਹੜਾ 51ਵਾਂ ਦਿਨ ਆ ਔਰ ਟੂਲ ਪਲਾਜ਼ਿਆਂ ਅੱਗੇ ਜਿਹੜਾ ਧਰਨੇ ਲਾ ਕੇ ਬੈਠੇ ਹੋਏ ਆ, ਅੱਜ ਉਹਨੂੰ ਇੱਕ ਮਹੀਨਾ ਪੂਰਾ ਹੋ ਗਿਆ ਵਾ, ਪਰ ਜਿਹੜੀ ਸਰਕਾਰ ਦੇ ਕੰਨ ਤੇ ਜਿਹੜੀ ਜੂੰ ਨਹੀਂ ਸਰਕੀ। ਸੋ ਅੱਜ ਜਿਹੜਾ ਸਾਡਾ ਸੂਬਾ ਕੋਰ ਕਮੇਟੀ ਵੱਲੋਂ ਫੈਸਲਾ ਸੀ ਵੀ ਅੱਜ ਜਿਹੜਾ ਇਹ ਧਰਨਿਆਂ ਨੂੰ ਇੱਥੋਂ ਚੱਕ ਕੇ ਜਿਹੜਾ ਪੋਸਟਪੋਨ ਯਾਨੀ ਮਤਲਬੀ ਕੀਤਾ ਜਾ ਰਿਹਾ ਵਾ, ਔਰ ਮਤਲਬੀ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਹਬੰਦ ਕਰਕੇ ਵੀ ਤੁਹਾਡੇ ਜਿਹੜੇ ਹੱਕ ਆ ਸਰਕਾਰ ਜਿਹੜੀ ਆ ਉਹ ਤੁਹਾਡੇ ਤੋਂ ਖੋਹ ਕੇ ਪ੍ਰਾਈਵੇਟ ਘਰਾਣਿਆਂ ਨੂੰ ਦੇ ਰਹੀ ਆ, ਹਰ ਇੱਕ ਚੀਜ਼ ਦਾ ਪ੍ਰਾਈਵੇਟਾਈਜੇਸ਼ਨ ਕਰ ਰਹੀ ਆ, ਜਿਹਦੇ ਨਾਲ ਤੁਹਾਡੇ ਕੱਲ ਘਰ ਦੇ ਵਿੱਚ ਦਾਣੇ ਵੀ ਖਾਣ ਨੂੰ ਤੁਹਾਨੂੰ ਨਹੀਂ ਲੱਭਣਗੇ। ਤੁਹਾਡੇ ਲਈ ਕੋਈ ਕਾਰੋਬਾਰ ਜਿਹੜਾ ਛੋਟਾ ਮੋਟਾ ਰਹਿੰਦਾ ਰੁਜ਼ਗਾਰ ਆ ਉਹ ਵੀ ਬਿਲਕੁਲ ਖਤਮ ਹੋ ਜਾਊਗਾ। ਇਸ ਕਰਕੇ ਲੋਕਾਂ ਨੂੰ ਲਾਹਬੰਦ ਕਰਕੇ ਅਗਲੇ ਜਿਹੜੇ ਆਉਣ ਵਾਲੇ ਇਲੈਕਸ਼ਨ ਜਿਹੜੇ ਐਕਸ਼ਨ ਹੋਣਗੇ ਸਾਡੇ 26 ਜਨਵਰੀ ਨੂੰ ਅਸੀਂ ਜਿਹੜੀ ਆ ਇੱਕ ਬਹੁਤ ਵੱਡੀ ਜਿਹੜੀ ਵਿਸ਼ਾਲ ਰੈਲੀ ਫਾਜ਼ਿਲਕਾ ਦੇ ਵਿੱਚ ਕਰਨ ਜਾ ਰਹੇ ਆ। ਇਸ ਤੋਂ ਬਾਅਦ ਜਿਹੜਾ 29 ਤਰੀਕ ਨੂੰ ਕਿਉਂਕਿ 51 ਦਿਨ ਦੇ ਬਾਵਜੂਦ ਵੀ ਜਿਹੜਾ ਪੰਜਾਬ ਸਰਕਾਰ ਨੇ ਸਾਡੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ, ਇਹਦੇ ਰੋਸ ਵਜੋਂ ਜਿਹੜਾ 29 ਜਨਵਰੀ ਨੂੰ ਜਿਹੜਾ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਉਹ ਰੇਲਾਂ ਦਾ ਚੱਕਾ ਜਾਮ ਕਰ ਰਹੇ ਆ। 3 ਘੰਟੇ ਲਈ ਕਰਾਂਗੇ ਸੋ ਸਰਕਾਰ ਨੂੰ ਵੀ ਜਿਹੜਾ ਇਹਦਾ ਪਤਾ ਲੱਗੂਗਾ। ਪਰ ਜਿਹੜਾ ਜੰਡਿਆਲਾ ਗੁਰੂ ਜਿਹੜਾ ਉੱਥੇ ਜਿਹੜਾ ਰੇਲਵੇ ਸਟੇਸ਼ਨ ਆ ਉੱਥੇ ਜਿਹੜਾ ਪੱਕਾ ਮੋਰਚਾ ਲੱਗ ਜੂਗਾ। ਬਾਕੀ ਜਿਹੜੇ ਧਰਨੇ ਜਿਹੜੇ ਉਹ 3 ਘੰਟਿਆਂ ਲਈ ਜਿਹੜੇ ਪੂਰੇ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਕੇ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।